किताब विपरण की रीत तो सच दा मार्ग भाग 8वां। लेखक सरदार गुरबख्श सिंह काला अफगाना। 6वें कांड का 11वां भाग वडभागी गुरदर्शन पाया। 12वां भाग बाहरी नेत्रां नाल प्रभु दर्शनां की प्राप्ति। 13वां भाग भरम न भूलो मन राखो एक ठाई। 14वां भाग अकाल पुरख जी के दर्शनां का एक ये रूप ਅਤੇ 15ਵਾਂ ਭਾਗ ਹਿੰਦੂ ਧਰਮ ਵਾਲੇ ਖੱਟ ਦਰਸ਼ਨ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਵਧਾਨ ਇਕਾਗਰਜੀਤ। ਕਿਮ ਸਚਿਆਰਾ ਹੋਈਐ ਕਿਮ ਕੂੜੇ ਟੁੱਟੈ ਪਾਲ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝ ਕੇ ਹਿਰਦੇ ਵਿੱਚ ਬਿਠਾਉਣ ਦੀ ਰੁਚੀ ਨਾਲ ਜੇ ਜਪਜੀ ਸਾਹਿਬ ਦਾ ਪਾਠ ਸਾਵਧਾਨ ਅਤੇ ਇਕਾਗਰ ਚਿੱਤ ਹੋ ਕੇ ਕਰੀਏ ਤਾਂ ਸਮਝ ਆਉਣੀ ਆਰੰਭ ਹੋ ਜਾਂਦੀ ਹੈ ਕਿ ਸਚਿਆਰਾ ਬਣ ਲਈ ਕੂੜ ਦਾ ਮੋਟਾ ਪਰਦਾ ਕਿਵੇਂ ਹਟਾਉਣਾ ਹੈ। ਭਾਵ ਝੂਠ ਵਿਕਾਰਾਂ ਰੂਪ ਪਾਪਾਂ ਦੀ ਮੈਲ ਧੋ ਕੇ ਜੀਵਨ ਨਿਰਮਲ ਬਣਾ ਲੈਣ ਲਈ ਪ੍ਰਭੂ ਦੀਆਂ ਵਡਿਆਈਆਂ ਦੀ ਵਿਚਾਰ ਨਾਲ ਜੁੜੇ ਰਹਿ ਕੇ ਕਿਵੇਂ ਪ੍ਰਭੂ ਦੇ ਨਾਮ ਰੰਗ ਵਿੱਚ ਗੁੜੁੱਚ ਹੋਣਾ ਹੈ। ਫਿਰ ਅਪਹੁੰਚ ਬੇਅੰਤ ਪ੍ਰਭੂ ਦੀ ਅਗਮਤਾ ਦੇ ਦਰਸ਼ਨ ਕਰਾ ਕੇ ਉਸ ਨੂੰ ਪਾਉਣ ਲਈ ਕੀਤੇ ਜਾ ਰਹੇ ਵਿਖਾਵੇ ਵਾਲੇ ਧਰਮ ਕਰਮਾਂ ਨੂੰ ਵਿਅਰਥ ਦੱਸ ਕੇ ਅਜਿਹੇ ਸੱਚਖੰਡ ਰੂਪੀ ਆਤਮਕ ਅਵਸਥਾ ਦਾ ਅਨੁਭਵ ਕਰਵਾਇਆ ਜਾਂਦਾ ਹੈ ਜਿੱਥੇ ਨਿਰੰਕਾਰ ਦੇ ਵਾਸੇ ਦਾ ਝਲਕਾਰਾ ਵੱਜਦਾ ਹੈ। ਆਓ ਸਤਿਗੁਰ ਜੀ ਦੀ ਵਿਚੋਲਗੀ ਦੁਆਰਾ ਹਿਰਦੇ ਘਰ ਵਿੱਚ ਪ੍ਰਭੂ ਸੰਤ ਦੇ ਮਿਲਾਪ ਦਾ ਨਜ਼ਾਰਾ ਵੀ ਰੋਜ਼ ਹੀ ਮਾਣੀਏ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨ ਉਤਰੇ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਘੋਲੀ ਜੀਓ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਪੰਨਾ 96। ਅਰਥ ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ ਜਿਵੇਂ ਪਪੀਹਾ ਸਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ। ਪਪੀਹੇ ਵਾਂਗ ਮੇਰਾ ਮਨ ਗੁਰੂ ਦੇ ਦਰਸ਼ਨ ਲਈ ਤਰਲੇ ਲੈ ਰਿਹਾ ਹੈ। ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਬਿਨਾਂ ਦਰਸ਼ਨ ਦੀ ਮੇਰੀ ਆਤਮਿਕ ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ। ਮੈਂ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਹਾਂ, ਸਦਕੇ ਹਾਂ। ਦਰਸ਼ਨਾਂ ਲਈ ਹਿਰਦੇ ਵਿੱਚ ਉਪਜੀ ਸਿੱਖ ਦਾ ਸਿਖਰ। ਅੱਗੇ ਜੋ ਫਰਮਾਨ ਹੈ ਉਸ ਤੋਂ ਆਪਣੇ ਸੱਜਣ ਮਿੱਤਰ ਵਾਹਿਗੁਰੂ ਜੀ ਤੋਂ ਚਿਰਾਂ ਤੋਂ ਪਏ ਵਿਛੋੜੇ ਦਾ ਅੰਤ ਹੋਣ ਦਾ ਝੌਲਾ ਪੈਂਦਾ ਹੈ ਅਤੇ ਉਸ ਸੱਜਣ ਤੋਂ ਸਦਕੇ ਕੁਰਬਾਨ ਜਾਣ ਵਾਲੇ ਬੋਲਾਂ ਤੋਂ ਇਸ ਵਿੱਚ ਜ਼ਰਾ ਵੀ ਸ਼ੱਕ ਨਹੀਂ ਰਹਿ ਜਾਂਦਾ ਕਿ ਕਿਸੇ ਅਨੋਖੇ ਦੇਸ਼ ਵਿੱਚ ਬਣੇ ਬੜੇ ਚੰਗੇ ਸਿੰਘਾਸਨ 'ਤੇ ਬੈਠੇ ਸੁੰਦਰ ਸਰੂਪ ਮਿੱਠ ਬੋਲੇ ਸੋਹਣੇ ਪ੍ਰਭੂ ਜੀ ਦੇ ਦਰਸ਼ਨ ਹੋਏ ਕਿ ਹੋਏ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ। ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਉ ਘੋਲੀ ਹਉ ਘੋਲ ਘੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਪੰਨਾ 96। ਅਰਥ ਹੇ ਧਨੁਖ ਧਾਰੀ ਪ੍ਰਭੂ ਜੀ, ਤੇਰੇ ਮੂੰਹ ਦਾ ਦਰਸ਼ਨ ਸੁੱਖ ਦੇਣ ਵਾਲਾ ਹੈ, ਠੰਡ ਪਾਉਣ ਵਾਲਾ ਹੈ। ਤੇਰੀ ਸਿਫਤ ਸਲਾਹ ਮੇਰੇ ਅੰਦਰ ਆਤਮਿਕ ਅਡੋਲਤਾ ਦੀ ਲਹਿਰ ਪੈਦਾ ਕਰਦੀ ਹੈ। ਹੇ ਧਨੁਖ ਧਾਰੀ, ਤੇਰੇ ਦਰਸ਼ਨ ਕੀਤਿਆਂ ਚਿਰ ਹੋ ਗਿਆ ਹੈ। ਹੇ ਮੇਰੇ ਸੱਜਣ ਪ੍ਰਭੂ, ਹੇ ਮੇਰੇ ਮਿੱਤਰ ਪ੍ਰਭੂ, ਉਹ ਹਿਰਦਾ ਦੇਸ਼ ਭਾਗਾਂ ਵਾਲਾ ਹੈ ਜਿਸ ਵਿੱਚ ਤੂੰ ਸਦਾ ਵਸਦਾ ਹੈ। ਹੇ ਮੇਰੇ ਸੱਜਣ ਗੁਰੂ, ਹੇ ਮੇਰੇ ਮਿੱਤਰ ਪ੍ਰਭੂ, ਮੈਂ ਤੇਥੋਂ ਕੁਰਬਾਨ ਹਾਂ, ਸਦਕੇ ਹਾਂ। ਪਰ ਅੱਗੇ ਸਾਖਸ਼ਾਤ ਦਰਸ਼ਨਾਂ ਦੀ ਗੱਲ ਅਤੇ ਮਿਲਾਪ ਘੜੀ ਲਈ ਵਧੀ ਹੋਈ ਬੇਚੈਨੀ ਨੇ, ਮਿਲਾਪ ਦੀ ਤੜਪ ਨੇ ਹੋਰ ਵੀ ਡੂੰਘਾ ਰੰਗ ਫੜ ਲਿਆ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇਤੁਦ ਭਗਵੰਤਾ। ਮੋਹਿ ਰਹਿਣ ਨਾ ਬਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ ਤੇ ਸੱਚੇ ਗੁਰ ਦਰਬਾਰੇ ਜੀਓ। ਪੰਨਾ 96। ਅਰਥ ਹੇ ਪਿਆਰੇ ਭਗਵਾਨ, ਜਦੋਂ ਮੈਂ ਤੈਨੂੰ ਇੱਕ ਘੜੀ ਭਰ ਵੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਯੁਗ ਹੋ ਜਾਂਦਾ ਹੈ। ਮੈਂ ਤੇਰੇ ਵਿਛੋੜੇ ਵਿੱਚ ਬੇਬਲ ਹਾਂ। ਦੱਸ ਹੁਣ ਮੈਂ ਕਦੋਂ ਮਿਲ ਸਕਾਂਗਾ। ਇਹ ਭਾਈ, ਗੁਰੂ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਤਾਹੀਓਂ ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨਾਂ ਮੇਰੀ ਜ਼ਿੰਦਗੀ ਦੀ ਰਾਹ ਸੌਖੀ ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ। ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ, ਕੁਰਬਾਨ ਹਾਂ, ਜੋ ਸਦਾ ਅਟਲ ਰਹਿਣ ਵਾਲਾ ਹੈ। ਆਓ ਹੁਣ
ਅਨੋਖੇ ਅਨੂਪਮ ਹਿਰਦਾ ਰੂਪ ਤਖਤ ਤੇ ਪ੍ਰਗਟ ਆ ਹੋਣ ਦਾ, ਸੰਤ ਪ੍ਰਭੂ ਪਤੀ ਦੇ ਮਿਲਾਪ ਦਾ ਰੰਗ, ਦਰਸ਼ਨਾਂ ਦੀ ਠੰਡ ਅਥਵਾ ਸੱਚੇ ਸਾਹਿਬ ਮਾਲਕ ਪ੍ਰਭੂ ਪਤੀ ਨਾਲ ਹੋ ਰਹੇ ਵਸਲ ਆਨੰਦ ਦਾ ਅਦੁੱਤੀ ਸੁੱਖ ਵੀ ਮਾਣ ਲਈਏ ਅਤੇ ਪ੍ਰੀਤਮ ਪਿਆਰੇ ਤੋਂ ਸਦਕੇ ਵਾਰਨੇ ਜਾਈਏ। ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਜੱਸਾ ਨ ਵਿਛੁੜਾ, ਜਨ ਨਾਨਕ ਦਾਸ ਤੁਮਹਾਰੇ ਜੀਓ। ਹਉ ਘੋਲੀ ਜੀਓ ਘੋਲ ਕੁਮਾਈ, ਜਨ ਨਾਨਕ ਦਾਸ ਤੁਮਹਾਰੇ ਜੀਓ। ਪੰਨਾ 97। ਅਰਥ, ਮੇਰੇ ਭਾਗ ਜਾਗ ਪਏ। ਗੁਰੂ ਨੇ ਮੈਨੂੰ ਸੰਤ ਸ਼ਾਂਤੀ ਦੇ ਸੋਮੇ ਪਰਮਾਤਮਾ ਨਾਲ ਮਿਲਾ ਦਿੱਤਾ ਹੈ। ਗੁਰੂ ਦੀ ਕਿਰਪਾ ਨਾਲ ਉਸ ਅਬਨਾਸ਼ੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ ਹੈ। ਹੇ ਨਾਨਕ, ਕਹਿ ਹੇ ਪ੍ਰਭੂ ਮਿਹਰ ਕਰ, ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ, ਕੁਰਬਾਨ ਹਾਂ। ਜਦੋਂ ਹੀ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋਇਆ ਤਾਂ ਸਤਿਗੁਰ ਜੀ ਦੀ ਮਿਹਰ ਦਾ ਇੱਕ ਰੂਪ ਇਹ, ਜਹ ਦੇਖੂੰ ਤਹ ਨਾਲ ਗੁਰ ਦੇਖਾਲਿਆ, ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ। ਪੰਨਾ 752। ਜਿਸ ਨੂੰ ਬਾਹਰੋਂ ਲੱਭਦਾ ਫਿਰਦਾ ਸਾਂ, ਸਤਿਗੁਰੂ ਜੀ ਦੇ ਸ਼ਬਦ ਗਿਆਨ ਦੀ ਬਰਕਤ ਨਾਲ ਉਸ ਦਾਤਾਰ ਨੂੰ ਆਪਣੇ ਹਿਰਦੇ ਦੇ ਅੰਦਰ ਹੀ ਵੇਖ ਲਿਆ ਤੇ ਹੁਣ ਜਦ ਉਹ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਤਾਂ ਅੱਖੀਆਂ ਅਜਿਹੀਆਂ ਬਣ ਗਈਆਂ ਹਨ ਕਿ ਹਰ ਥਾਂ ਉਹ ਆਪ ਹੀ ਆਪ ਦਿਸ ਰਿਹਾ ਹੈ। ਕੰਨਾਂ ਵਿੱਚ ਸਭ ਥਾਂ ਤੂੰ ਹੀ ਦੀ ਚੁਣਕਾਰ ਗੂੰਜ ਪਈ ਹੈ। ਅਜਿਹੀ ਵਡਮੁੱਲੀ ਸਿੱਖਿਆ ਦੇ ਅਥਾਹ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋ ਕੇ ਭੇਖੀ ਸਾਧਾਂ ਸੰਤਾਂ ਦੇ ਚੱਕਰਾਂ ਵਿੱਚ ਫਸ ਕੇ ਵਿਧੀਆਂ ਅਨੁਸਾਰ ਪਾਠ ਪੂਜਾ ਅਤੇ ਵਿਖਾਵੇ ਵਾਲੇ ਧਰਮ ਕਰਮਾਂ ਦੁਆਰਾ ਪ੍ਰਭੂ ਦੇ ਸਾਖਸ਼ਾਤ ਮਿਲਾਪ ਦੇ ਭਰਮ ਵਿੱਚ ਫਸਣਾ ਬਦਕਿਸਮਤੀ ਹੈ। ਸਾਨੂੰ ਭੁੱਲੜਾਂ ਨੂੰ ਸੰਬੋਧਨ ਕਰਕੇ ਸਾਡੇ ਸੱਚੇ ਸੱਜਣ ਸਤਿਗੁਰ ਜੀ ਇਉਂ ਫਰਮਾਨ ਕਰਦੇ ਹਨ। ਤਿਲੰਗ ਮਹੱਲਾ ਪਹਿਲਾ। ਇਹ ਆਨੜੀਏ ਮਾਨੜਾ ਕਾਇ ਕਰੇ, ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ। ਸ਼ਹ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੈ। ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਾਰੀ ਸ਼ਿੰਗਾਰੋ। ਤਾਂ ਸੁਹਾਗਣ ਜਾਣੀਐ, ਜਾਂ ਸ਼ਹ ਤਰੇ ਪਿਆਰੋ। ਪੰਨਾ 722। ਅਰਥ, ਹੇ ਬਹੁਤ ਅਣਜਾਣੀ ਜਿੰਦੇ, ਅਖੰਡ ਪਾਠ, ਦਾਨ ਪੁੰਨ, ਤੀਰਥ ਇਸ਼ਨਾਨ, ਉਚੇਚੇ ਤੌਰ ਤੇ ਘਰ ਘਾਟ ਦਾ ਤਿਆਗ ਕਰਕੇ ਜੰਗਲਾਂ ਪਹਾੜਾਂ ਵਿੱਚ ਤਪ ਸਾਧਨੇ ਆਦਿ ਲੋਕ ਵਿਖਾਵੇ ਵਾਲੇ ਧਰਮ ਕਰਮ ਕਰਕੇ ਧਰਮੀ ਹੋਣ ਦਾ ਏਡਾ ਕੋਝਾ ਮਾਣ ਕਿਉਂ ਕਰਦੀ ਹੈ? ਪਰਮਾਤਮਾ ਤਾਂ ਤੇਰੇ ਆਪਣੇ ਹਿਰਦੇ ਘਰ ਵਿੱਚ ਹੀ ਹੈ, ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ? ਹੇ ਭੋਲੀ ਜੀਵ ਇਸਤਰੀਏ, ਪ੍ਰਭੂ ਪਤੀ ਤਾਂ ਤੇਰੇ ਅੰਦਰ ਹੀ ਤੇਰੇ ਨੇੜੇ ਵਸ ਰਿਹਾ ਹੈ। ਤੂੰ ਜੰਗਲ ਪਹਾੜਾਂ ਆਦਿਕ ਬਾਹਰਲੇ ਸੰਸਾਰ ਵਿੱਚ ਉਸ ਨੂੰ ਕਿਉਂ ਭਾਲਦੀ ਫਿਰਦੀ ਹੈ? ਜੇ ਸੱਚਮੁੱਚ ਹੀ ਤੂੰ ਉਸ ਦਾ ਦੀਦਾਰ ਕਰਨਾ ਚਾਹੁੰਦੀ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ। ਜੀਵ ਇਸਤਰੀ ਤਾਂ ਹੀ ਸੁਭਾਗ ਭਾਗ ਵਾਲੀ ਤੇ ਪ੍ਰਭੂ ਚਰਨਾਂ ਵਿੱਚ ਜੁੜੀ ਸਮਝੀ ਜਾਂਦੀ ਹੈ ਜੇ ਪ੍ਰਭੂ ਪਤੀ ਉਸ ਨਾਲ ਪ੍ਰੀਤ ਕਰੇ ਅਤੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਮਹਾਵਾਕ ਅਨੁਸਾਰ ਜੀਵਨ ਜੁਗਤ ਬਣਾ ਲੈਣ ਨਾਲ ਤੇਰੇ ਮਨ ਮੰਦਰ ਵਿੱਚ ਅਜਿਹਾ ਤੀਰਥ ਬਣ ਜਾਏ ਕਿ ਤੂੰ ਆਪਣੇ ਹਿਰਦੇ ਘਰ ਵਿੱਚ ਸਦਾ ਆਤਮਿਕ ਇਸ਼ਨਾਨ ਕਰਦੇ ਰਹਿਣ ਦਾ ਆਨੰਦ ਮਾਣ ਸਕੇ ਅਤੇ ਤੇਰਾ ਮਨ ਅਜਿਹਾ ਤਿਆਗੀ ਬਣ ਜਾਵੇ ਕਿ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੀ ਕੋਈ ਮੁਥਾਜੀ ਨਾ ਰਹਿ ਜਾਵੇ। ਅੰਦਰ ਬਾਹਰ ਹਰ ਥਾਂ ਸਦਾ ਉਸੇ ਦੇ ਹੀ ਦੀਦਾਰੇ ਹੁੰਦੇ ਰਹਿਣ। ਜਦ ਗੁਰੂ ਸ਼ਬਦ ਗਿਆਨ ਪ੍ਰਕਾਸ਼ ਨਾਲ ਮਨ ਇੱਕ ਮੰਦਰ ਬਣ ਗਿਆ ਤਾਂ ਤੈਨੂੰ ਸਾਰਾ ਸੰਸਾਰ ਹੀ ਪ੍ਰਭੂ ਦਾ ਨਿਵਾਸ ਅਸਥਾਨ ਇੱਕ ਮੰਦਰ ਹੀ ਹੋ ਦਿਸਣਾ ਹੈ। ਪ੍ਰਭੂ ਹੀ ਤੇਰਾ ਆਸਰਾ ਪਰਨਾ ਬਣ ਜਾਣਾ ਹੈ ਅਤੇ ਆਪਾ ਭਾਵ ਮਿਟ ਜਾਣ ਨਾਲ ਘਟ ਘਟ ਵਾਸੀ ਸਰਬ ਨਿਵਾਸੀ ਉਹ ਆਪ ਹੀ ਆਪ ਤੇਰਾ ਗਿਆਨ ਦਾਤਾ ਦਾਤਾਰ ਹੋ ਦਿਸਣਾ ਹੈ। ਮਨ ਮੰਦਰ ਤਨ ਵੇਦ ਕਲੰਦਰ, ਘਟ ਹੀ ਤੀਰਥ ਨਾਮਾ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨ ਆਵਾਂ। ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ ਰਹਾ, ਅਗਮ ਅਗੋਚਰ ਅਲਖ ਅਪਾਰਾ। ਚਿੰਤਾ ਕਰੋ ਹਮਾਰੀ, ਜਲ ਥਲ ਮਹੀਲ ਭਰਪੁਰ ਲੀਣਾ। ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ। ਮੰਦਰ ਸ਼ਾਮਾਂ ਤੇਰੇ
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਪੰਨਾ 795। ਅਰਥ, ਇਹ ਮੇਰੀ ਮਾਂ, ਮੇਰਾ ਮਨ ਦਇਆ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਭਿੱਜ ਗਿਆ ਹੈ। ਹੁਣ ਮੈਂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਨਹੀਂ ਸਕਦਾ। ਮੇਰਾ ਮਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ। ਮੇਰਾ ਸਰੀਰ ਭਾਵ ਮੇਰਾ ਹਰੇਕ ਗਿਆਨ ਇੰਦਰਾ ਇਸ ਮੰਦਰ ਦੀ ਯਾਤਰਾ ਕਰਨ ਵਾਲਾ ਅਰਮਤਾ ਸਾਧੂ ਬਣ ਗਿਆ ਹੈ। ਭਾਵ ਮੇਰੇ ਗਿਆਨ ਇੰਦਰੇ ਬਾਹਰ ਭਟਕਣ ਦੀ ਥਾਂ ਅੰਦਰ ਵਾਸਤੇ ਪਰਮਾਤਮਾ ਵੱਲ ਪਰਤ ਪਏ ਹਨ। ਹੁਣ ਮੈਂ ਹਿਰਦੇ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ, ਮੇਰੀ ਜਿੰਦ ਦਾ ਆਸਰਾ ਬਣ ਗਿਆ, ਜਿਸ ਤੋਂ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ। ਸ਼ਲੋਕ ਮਹੱਲਾ ਪੰਜਵਾਂ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਪੰਨਾ 964। ਅਰਥ, ਹੈ ਪ੍ਰਭੂ, ਤੇਰੀਆਂ ਸੋਹਾਂ ਸੁਣ ਕੇ ਮੇਰਾ ਮਨ ਹਰਿਆ ਹੋ ਆਉਂਦਾ ਹੈ। ਤੇਰਾ ਨਾਮ ਜਪਦਿਆਂ ਮੈਨੂੰ ਖੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ ਤੇ ਤੇਰੇ ਰਾਹ ਉੱਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰਕੇ ਮੇਰਾ ਮਨ ਖਿੜ ਜਾਂਦਾ ਹੈ। ਮਹੱਲਾ ਪੰਜਵਾਂ। ਹੱਠ ਮੰਝਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ, ਮੈਂ ਕੋ ਸਤਿਗੁਰ ਦਿੱਤਾ। ਢੂੰਡ ਮੰਝਾਈ ਥੀਆ ਥਿੱਤਾ, ਨਾਮ ਪਦਾਰਥ ਨਾਨਕ ਜੀਤਾ। ਪੰਨਾ 964। ਅਰਥ, ਮੈਂ ਆਪਣੇ ਹਿਰਦੇ ਵਿੱਚ ਇੱਕ ਲਾਲ ਲੱਭਾ ਹੈ, ਪਰ ਮੈਂ ਕਿਸੇ ਮੁੱਲ ਤੋਂ ਨਹੀਂ ਲਿਆ। ਇਹ ਲਾਲ ਮੈਨੂੰ ਸਤਿਗੁਰੂ ਜੀ ਨੇ ਦਿੱਤਾ ਹੈ। ਇਸ ਦੀ ਬਰਕਤ ਨਾਲ ਮੇਰੀ ਭਟਕਣਾ ਮੁੱਕ ਗਈ ਹੈ। ਮੈਂ ਟਿਕ ਗਿਆ ਹਾਂ। ਹੇ ਨਾਨਕ, ਮੈਂ ਮਨੁੱਖਾ ਜੀਵਨ ਰੂਪ ਕੀਮਤੀ ਚੀਜ਼ ਦਾ ਲਾਭ ਹਾਸਲ ਕਰ ਲਿਆ ਹੈ। ਭਾਗ 12ਵਾਂ। ਬਾਹਰੀ ਨੇਤਰਾਂ ਨਾਲ ਪ੍ਰਭੂ ਦਰਸ਼ਨਾਂ ਦੀ ਪ੍ਰਾਪਤੀ। ਗੁਰਬਾਣੀ ਵਿੱਚ ਕਈ ਗੁਰੂ ਸ਼ਬਦਾਂ ਵਿੱਚ ਅੱਖੀਆਂ ਨਾਲ ਪ੍ਰਭੂ ਦੇ ਦਰਸ਼ਨਾਂ ਦਾ ਜ਼ਿਕਰ ਆਉਂਦਾ ਹੈ। ਪੰਥ ਵਿੱਚ ਸਤਿਕਾਰੇ ਹੋਏ ਅਤੇ ਸਨਮਾਨੇ ਹੋਏ ਪ੍ਰਚਾਰਕ ਵੀ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਸੰਗਤਾਂ ਦੀ ਤਸੱਲੀ ਕਰਵਾ ਰਹੇ ਹੁੰਦੇ ਹਨ ਕਿ ਪਰਮਾਤਮਾ ਦੇ ਸਾਖਸ਼ਾਤ ਦਰਸ਼ਨਾਂ ਦੀ ਗੱਲ ਵੀ ਸਤਿਗੁਰਾਂ ਨੇ ਆਪ ਹੀ ਕਰ ਦਿੱਤੀ ਹੋਈ ਹੈ। ਇਸ ਤਰ੍ਹਾਂ ਕਹਿਣਾ ਗੁਰਮਤਿ ਦੇ ਅਟਲ ਸਿਧਾਂਤ ਦੀ ਖੰਡਨਾ ਕਰਨ ਦਾ ਪਾਪ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੈ। ਗੁਰਮਤਿ ਦਾ ਪੱਕਾ ਸਿਧਾਂਤ ਹੈ ਕਿ ਆਪਣੀ ਰਚਨਾ ਦੇ ਕਣ-ਕਣ ਵਿੱਚ ਵਿਆਪਕ ਅਪਾਰ ਸ਼ਕਤੀ ਪਰਮਾਤਮਾ ਨੂੰ ਕਦੇ ਵੀ ਉਚੇਚੇ ਸਾਖਸ਼ਾਤ ਰੂਪ ਵਿੱਚ ਨਹੀਂ ਵੇਖਿਆ ਜਾ ਸਕਦਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਭੁੱਲ ਸਦਾ ਇਹੀ ਹੋ ਰਹੀ ਹੁੰਦੀ ਹੈ ਕਿ ਸਾਰੇ ਗੁਰੂ ਫਰਮਾਨ ਦੀ ਪੂਰੀ ਵਿਚਾਰ ਕਰਨ ਦੇ ਥਾਂ ਕਿਸੇ ਇੱਕ ਪੰਕਤੀ ਨੂੰ ਹੀ ਗੁਰਮਤਿ ਦਾ ਸਿਧਾਂਤ ਮੰਨ ਬੈਠਦੇ ਹਾਂ। ਆਓ ਮਨ ਦੁਆਰੇ ਆਪਣੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਅਸਲੀਅਤ ਸਮਝਣ ਲਈ ਜੋਦੜੀਆਂ ਕਰੀਏ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇ ਵਣ ਜਾਰਿਆ, ਸਤਿਗੁਰੂ ਹੈ ਬੋਇਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਪੰਨਾ 470। ਅਰਥ, ਮੈਂ ਆਪਣੇ ਸਤਿਗੁਰ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ ਅਤੇ ਜਿਸ ਨੇ ਆਪਣੀ ਸਿੱਖਿਆ ਦੇ ਕੇ ਮਨ ਨੂੰ ਗਿਆਨ ਦਾ ਸੁਰਮਾ ਦੇ ਦਿੱਤਾ ਹੈ, ਜਿਸ ਦੀ ਬਰਕਤ ਕਰਕੇ ਮੈਂ ਇਹਨਾਂ ਅੱਖਾਂ ਨਾਲ ਜਗਤ ਦੀ ਅਸਲੀਅਤ ਨੂੰ ਵੇਖ ਲਿਆ ਹੈ ਅਤੇ ਸਮਝ ਲਿਆ ਹੈ ਕਿ ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿੱਚ ਚਿੱਤ ਜੋੜ ਰਹੇ ਹਨ, ਉਹ ਇਸ ਸੰਸਾਰ ਸਾਗਰ ਵਿੱਚ ਡੁੱਬ ਗਏ ਹਨ। ਮੇਰੇ ਸਤਿਗੁਰੂ ਨੇ ਮਿਹਰ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਸ਼ਲੋਕ। ਲੋਇਣ ਲੋਈ ਡਿਠ, ਪਿਆਸ ਨਾ ਬੁਝੈ ਮੂੰਹ ਘਣੀ, ਨਾਨਕ ਸੇ ਅਖੜੀਆਂ ਬਿਆਨਾ, ਜਿਨੀ ਡਸੰਦੋ ਮਾਂ ਪਿਰੀ। ਸ਼ੰਤ। ਜਿਨੀ ਹਰ ਪ੍ਰਭ ਡਿਠਾ, ਤਿਨ ਕੁਰਬਾਣੇ ਰਾਮ, ਸੇ ਸਾਚੀ ਦਰਗਾਹ ਭਾਣੇ ਰਾਮ, ਠਾਕੁਰ ਮਾਨੇ ਸੇ ਪ੍ਰਧਾਨੇ, ਹਰ ਸੇਤੀ ਰੰਗ ਰਾਤੇ, ਹਰ ਰਸੇ ਅਗਾਏ, ਸਹਿਜ ਸਮਾਏ, ਘਟ ਘਟ ਰਮਈਆ ਜਾਤੇ। ਸੇਈ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ, ਕਹੋ ਨਾਨਕ
जिन हर प्रभ डिठा तिन कै साधु कुरबाने। पन्ना 577। अर्थ, मैं अपनियां ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, ਅਜੇ ਵੀ ਮੈਨੂੰ ਜਗਤ ਵੇਖਣ ਦੀ ਪਿਆਸ ਬਹੁਤ ਹੈ, ਇਹ ਪਿਆਸ ਬੁਝਦੀ ਨਹੀਂ। ਤੇ ਨਾਨਕ, ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ। ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ। ਮੈਂ ਉਹਨਾਂ ਤੋਂ ਸਦਕੇ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਸ਼ਨ ਕੀਤਾ ਹੈ। ਉਹ ਵਡਭਾਗੀ ਬੰਦੇ ਸਦਾ ਸਿਰ ਪ੍ਰਭੂ ਦੀ ਹਜ਼ੂਰੀ ਵਿੱਚ ਪਸੰਦ ਆਉਂਦੇ ਹਨ। ਜਿਨ੍ਹਾਂ ਜੀਵਾਂ ਨੂੰ ਮਾਲਕ ਪ੍ਰਭੂ ਨੇ ਆਦਰ ਮਾਣ ਦਿੱਤਾ ਹੈ, ਹਰ ਥਾਂ ਮੰਨੇ ਪ੍ਰਮੰਨੇ ਜਾਂਦੇ ਹਨ, ਉਹ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਉਹ ਮਨੁੱਖ ਪ੍ਰਮਾਤਮਾ ਦੇ ਨਾਮ ਰਸ ਨਾਲ ਦੁਨੀਆ ਦੇ ਪਦਾਰਥਾਂ ਵੱਲੋਂ ਰੱਜੇ ਰਹਿੰਦੇ ਹਨ। ਉਹ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦੇ ਹਨ। ਉਹ ਮਨੁੱਖ ਪ੍ਰਮਾਤਮਾ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣਦੇ ਹਨ। ਇਹ ਭਾਈ, ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ। ਹੇ ਨਾਨਕ ਆਖ, ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ। ਗੁਰੂ ਦੇ ਸਨਮੁਖ ਰਹਿਣ ਨਾਲ ਉਹ ਬੇਅੰਨ ਅੱਖੀਆਂ ਮਿਲ ਗਈਆਂ ਤੇ ਅਗੰਮ ਅਗੋਚਰ ਪ੍ਰਮਾਤਮਾ ਨੂੰ ਹਰ ਥਾਂ ਵਸਦਾ ਵੇਖ ਲਿਆ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁੱਖ ਮਸਤਕ, ਤਿਨ ਜਨ ਲੈ ਹਿਰਦੇ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਗੁਰ ਬਚਨੀ ਸਹਿਜੇ ਚਾਖੀ। ਤੈਂ ਭਇਆ ਪ੍ਰਗਾਸ਼ ਮਿਟਿਆ ਅੰਧਿਆਰਾ, ਜਿਉ ਸੂਰਜ ਰੈਣ ਕੇ ਰਾਖੀ। ਅਦਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਪੰਨਾ 87। ਅਰਥ, ਹੇ ਹਰੀ ਦੇ ਸੰਤ ਜਨ ਪਿਆਰਿਓ, ਆਪਣੇ ਸਤਿਗੁਰ ਜੀ ਦੀ ਸਿੱਖਿਆ ਸੁਣੋ, ਭਾਵ ਸਿੱਖਿਆ ਤੇ ਤੁਰੋ। ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿੱਚ ਪਰੋ ਰੱਖਿਆ ਹੈ। ਜਿਸ ਦੇ ਮੱਥੇ ਉੱਤੇ ਤੁਰੋਂ ਹੀ ਭਾਗ ਹੋਵੇ, ਸਤਿਗੁਰ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿੱਚ ਪਹੁੰਚ ਕੇ ਪ੍ਰਭੂ ਦੀ ਉੱਤਮ, ਪਵਿੱਤਰ ਤੇ ਜੀਵਨ ਕਣੀ ਬਖਸ਼ਣ ਵਾਲੀ ਸਿਫਤ ਸਲਾਹ ਦਾ ਆਨੰਦ ਲਿਆ ਜਾ ਸਕਦਾ ਹੈ। ਸਤਿਗੁਰ ਦੀ ਸਿੱਖਿਆ ਨੂੰ ਜਿਹੜਾ ਹਿਰਦਾ ਇੱਕ ਵਾਰੀ ਧਾਰਨ ਕਰਦਾ ਹੈ, ਉਸ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਤੇ ਮਾਇਆ ਦਾ ਹਨੇਰਾ ਇਉਂ ਦੂਰ ਹੁੰਦਾ ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਖਿੱਚ ਲੈਂਦਾ ਹੈ। ਜੋ ਪ੍ਰਭੂ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ, ਇੰਦਰੀਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ, ਉਹ ਸਤਿਗੁਰ ਦੇ ਸਨਮੁਖ ਹੋਣ ਕਰਕੇ ਅੱਖੀਂ ਦਿਸ ਪੈਂਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਨੇਤਰੋਂ ਪੇਖ ਦਰਸ਼ ਸੁਖ ਹੋਏ, ਮਨ ਬਿਕਸੇ ਸਾਧ ਚਰਨ ਧੋਏ। ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤ ਦੀਜੇ ਕਰ ਮਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪੰਨਾ 290। ਅਰਥ, ਜਿਸ ਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸਵਾਦ ਤੇ ਚਾਉ ਪੈਦਾ ਹੋਇਆ ਹੈ, ਉਸ ਦੇ ਮਨ ਤੇ ਤਨ ਵਿੱਚ ਇਹੀ ਚਾਹ ਹੈ ਕਿ ਨਾਮ ਦੀ ਦਾਤ ਮਿਲੇ। ਅੱਖਾਂ ਨਾਲ ਗੁਰੂ ਦਾ ਦੀਦਾਰ ਕਰਕੇ ਉਸ ਨੂੰ ਸੁੱਖ ਹੁੰਦਾ ਹੈ। ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖੇੜਾਉਂਦਾ ਹੈ। ਭਗਤਾਂ ਦੇ ਮਨ ਤੇ ਸਰੀਰ ਵਿੱਚ ਪ੍ਰਭੂ ਦਾ ਪਿਆਰ ਟਿਕਿਆ ਰਹਿੰਦਾ ਹੈ। ਪਰ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤ ਨਸੀਬ ਹੁੰਦੀ ਹੈ। ਇਹ ਪ੍ਰਭੂ, ਇੱਕ ਨਾਮ ਵਸਤੂ ਮਿਹਰ ਕਰਕੇ ਸਾਨੂੰ ਦੇ, ਤਾਂ ਜੋ ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ। ਹੇ ਨਾਨਕ, ਉਹ ਪ੍ਰਭੂ ਸਭ ਥਾਈਂ ਮੌਜੂਦ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਦਰਸ਼ਨ ਦੇਖਤ ਦੋਖ ਨਸੇ, ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ। ਜੀ ਕੈ ਸੰਗ ਬਸੇ ਰਹਾ, ਪ੍ਰੀਤਮ ਪ੍ਰਾਣ ਆਧਾਰ ਸੁਆਮੀ। ਪੂਰ ਰਹੇ ਪ੍ਰਭ ਅੰਤਰ ਜਾਮੀ। ਪੰਨਾ 826। ਅਰਥ, ਹੇ ਪ੍ਰਭੂ, ਤੇਰਾ ਦਰਸ਼ਨ ਕਰਦਿਆਂ ਜੀਵਾਂ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਹੇ ਪ੍ਰਭੂ, ਮਿਹਰ ਕਰ, ਕਦੇ ਮੇਰੀ ਨਜ਼ਰ ਤੋਂ ਓਹਲੇ ਨਾ ਹੋ, ਸਦਾ ਮੇਰੀ ਜਿੰਦ ਦੇ ਨਾਲ ਵਸਦਾ ਰਹੋ। ਹੇ ਪ੍ਰਭੂ, ਤੂੰ ਜੀਵਾਂ ਦੀ ਜਿੰਦ ਦੇ ਆਸਰੇ। ਹੇ ਸੁਆਮੀ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਸਭ ਵਿੱਚ ਵਿਆਪਕ ਹੈ। ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ। ਬਹੁ ਨ ਭਵਜਲ ਫੇਰਾ ਰਹਾਓ, ਮੇਰਾ ਹੀਰੇ ਲੋਚ ਲੱਗੀ ਪ੍ਰਭ ਕੇਰੀ। ਹਰ ਨੈਨੋ ਹਰ ਪ੍ਰਭ ਹੀਰਾ, ਸਤਿਗੁਰ ਦਿਆਲ ਹਰ ਨਾਮ ਦਿਰੜਾਇਆ। ਹਰ ਪਾਦਰ ਹਰ ਪ੍ਰਭ ਕੇਰਾ, ਹਰ ਰੰਗੀ ਹਰ ਨਾਮ ਪ੍ਰਭ ਪਾਇਆ। ਹਰ ਗੋਬਿੰਦ ਹਰ ਪ੍ਰਭ ਕੇਰਾ, ਹਰ ਹਿਰਦੇ ਮਨ ਤਨ ਮੀਠਾ ਲਾਗਾ। ਮੁਖ ਮਸਤਕ ਭਾਗ ਚੰਗੇਰਾ, ਲੋਭ ਵਿਕਾਰ ਜਿਨਾ ਮਨ ਲਾਗਾ। ਹਰ ਵਿਸਰਿਆ ਪੁਰਖ ਚੰਗੇਰਾ,
ਹੋਏ ਮਨਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ ਭਾਗ ਮੰਦੇਰਾ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ। ਪੰਨਾ 711। ਭਾਗ 13ਵਾਂ। ਭਰਮ ਨਾ ਭੂਲੋ। ਪਾਠਕਾਂ ਦਾ ਧਿਆਨ ਦਾਸ ਹੁਣ ਅਜਿਹੇ ਗੁਰੂ ਫਰਮਾਨਾਂ ਵੱਲ ਦਿਵਾਰਿਆ ਹੈ, ਜਿਨ੍ਹਾਂ ਦੇ ਅੱਖਰੀ ਅਰਥਾਂ ਤੋਂ ਸੰਗਤ ਦੇ ਮਨ ਵਿੱਚ ਕੁਝ ਭਰਮ ਭੁਲੇਖੇ ਪਾਏ ਜਾ ਸਕਦੇ ਹਨ। ਅਜਿਹੇ ਅਰਥਾਂ ਨੂੰ ਹੀ ਠੀਕ ਦੱਸ ਕੇ ਗੁਰਮਤਿ ਦਾ ਅਸਲ ਆਸ਼ਾ ਵਿਗਾੜਿਆ ਜਾ ਰਿਹਾ ਦਾਸ ਨੇ ਆਪ ਸੁਣਿਆ। ਅਜਿਹਾ ਕਰਮ ਗੁਰਬਾਣੀ ਦੇ ਹੋਰ ਬੇਅੰਤ ਪਾਵਨ ਬਚਨਾਂ ਦਾ ਤਿਰਸਕਾਰ ਕਰਨ ਵਾਲਾ ਹੁੰਦਾ ਹੈ। ਸੁਹਿਰਦ ਗੁਰਮੁਖ ਪਾਠਕ ਸੱਜਣਾ ਦੀ ਸੇਵਾ ਵਿੱਚ ਇਹ ਬੇਨਤੀ ਹੈ ਕਿ ਇਹਨਾਂ ਗੁਰੂ ਸ਼ਬਦਾਂ ਦੀ ਵਿਚਾਰ ਵਿੱਚ ਉਚੇਚੀ ਇਕਾਗਰਤਾ ਬਖਸ਼ਿਸ਼ ਕਰਨ। ਤੂੰ ਚੋ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ, ਕਦ ਪਸੀਂ ਦੀਦਾਰ। ਪੰਨਾ 1094। ਅਰਥ, ਹੇ ਮੇਰੇ ਸੱਜਣ, ਜੇ ਤੂੰ ਆਖੇ ਤਾਂ ਮੈਂ ਤੇਰੇ ਦੀਦਾਰ ਦੇ ਬਦਲੇ ਆਪਣਾ ਸਿਰ ਵੀ ਲਾ ਕੇ ਤੇਰੀ ਭੇਟ ਕਰ ਦਿਆਂ। ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸ਼ਨ ਕਰਾਂ। ਇਹ ਪਾਵਨ ਸ਼ਲੋਕ ਦੇ ਅੱਖਰੀ ਅਰਥਾਂ ਤੋਂ ਸਰੀਰ ਦੀਆਂ ਦਿਸਦੀਆਂ ਅੱਖੀਆਂ ਨਾਲ ਵੇਖਣ ਦੀ ਲੋਚਨਾ ਕੀਤੀ ਗਈ ਦਾ ਭਰਮ ਬਣਦਾ ਹੈ। ਇਹ ਨਾ ਭੁੱਲੀਏ ਕਿ ਹੋ ਸਕਦਾ ਇੱਥੇ ਵੀ ਸਤਿਗੁਰਾਂ ਨੇ ਗੁਰਮਤਿ ਦੇ ਸਿਧਾਂਤ ਅਨੁਸਾਰ ਹੀ ਫਰਮਾਨ ਲਿਖਿਆ ਹੋਵੇ, ਪਰ ਕਵਿਤਾ ਦੇ ਨਿਯਮਾਂ ਦੀ ਪਾਲਣਾ ਹਿਤ ਕੁਝ ਅੱਖਰ ਨਾ ਲਿਖੇ ਜਾ ਸਕਦੇ ਹੋਣ। ਉਪਰੋਕਤ ਕਈ ਗੁਰੂ ਸ਼ਬਦਾਂ ਦੁਆਰਾ ਸਪਸ਼ਟ ਹੋ ਚੁੱਕਿਆ ਹੈ। ਗੁਰਮਤਿ ਸਿਧਾਂਤ ਅਸੀਂ ਕਿਵੇਂ ਅਣਗੌਲਿਆਂ ਕਰ ਸਕਦੇ ਹਾਂ। ਸਚਿਆਰ ਗੁਰਸਿੱਖਾਂ ਦਾ ਧਰਮ ਬਣਦਾ ਹੈ ਕਿ ਉਪਰੋਕਤ ਸ਼ਲੋਕ ਵਿੱਚ ਆਪਣੇ ਸਤਿਗੁਰਾਂ ਦਾ ਅੰਤਰੀਵ ਇਸ਼ਾਰਾ ਸਮਝ ਕੇ ਇਸ ਸ਼ਲੋਕ ਦੇ ਅਰਥ ਇਉਂ ਸਮਝਣ, ਹੇ ਮੇਰੇ ਸੱਚੇ ਮਿੱਤਰ ਵਾਹਿਗੁਰੂ ਜੀ, ਮੈਂ ਅਜਿਹੀ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਜਿਸ ਤੋਂ ਤੂੰ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਕੇ ਮੇਰੇ ਮਨ ਦੀਆਂ ਅੱਖੀਆਂ ਦਾ ਚਾਨਣਾ ਬਣਿਆ ਰਹੇ। ਨੀ ਮਹਿੰਜਾ ਤਉ ਨਾਲ ਬਿਆ ਨਿਹ ਕੁੜਾਵੇ ਡੇਖ, ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਡੇਖ। ਪੰਨਾ 1094। ਅਰਥ, ਹੇ ਪ੍ਰਭੂ, ਮੇਰਾ ਪਿਆਰ ਹੁਣ ਕੇਵਲ ਤੇਰੇ ਨਾਲ ਹੈ। ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ। ਮੈਂ ਵੇਖ ਲਿਆ ਹੈ ਕਿ ਦੂਜੇ ਸਾਰੇ ਪਿਆਰ ਝੂਠੇ ਹਨ। ਜਿੰਨਾ ਚਿਰ ਮੈਨੂੰ ਪ੍ਰਭੂ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣੇ ਲੱਗਦੇ ਹਨ। ਉੱਠੀ ਝਾਲੂ ਕੰਤੜੇ, ਹਉ ਪਸੀ ਤਉ ਦੀਦਾਰ, ਕਾਜਲ ਹਾਰ ਤਮੋਲ ਰਸ, ਬਿਨ ਪੱਸੇ ਹਬ ਰਸ ਛਾਰ। ਪੰਨਾ 1094। ਅਰਥ, ਇਹ ਸੋਹਣੇ ਕੰਤ, ਮੈਂ ਸਵੇਰੇ ਉੱਠ ਕੇ ਪਹਿਲਾਂ ਤੇਰਾ ਦਰਸ਼ਨ ਕਰਾਂ। ਤੇਰੇ ਦਰਸ਼ਨ ਕਰਨ ਤੋਂ ਬਿਨਾਂ ਕੱਜਲ ਹਾਰ ਪਾਨ ਦਾ ਰਸ, ਇਹ ਸਾਰੇ ਹੀ ਰਸ ਸੁਆਹ ਸਮਾਨ ਹਨ। ਰਾਤ ਦਿਨ ਤੇਰੀ ਯਾਦ ਅਜਿਹੀ ਬਣੀ ਰਹੇ ਕਿ ਸਵੇਰੇ ਉੱਠਦਿਆਂ ਹਰ ਪਾਸੇ ਹੀ ਤੂੰ ਨਜ਼ਰੀ ਆਵੇਂ। ਸੰਸਾਰ ਦੇ ਕਣ ਕਣ ਵਿੱਚ ਤੇਰਾ ਹੀ ਜਲਵਾ ਸਦਾ ਨਜ਼ਰ ਆਵੇ। ਹੇ ਦਾਤਾਰ, ਮੇਰੇ ਤੇ ਅਜਿਹੀ ਮਿਹਰ ਕਰ ਕਿ ਹਰ ਜੀਵ ਤੇਰਾ ਰੂਪ ਹੋ ਦਿਸੇ। ਪ੍ਰਾਣਾ ਤੋਂ ਪਿਆਰੇ ਹੇ ਸੱਚੇ ਸੱਜਣ ਪ੍ਰਭੂ, ਕਰ ਮਿਹਰ ਅਤੇ ਬਣਾ ਦੇ ਮੇਰੇ ਮਨ ਦੀ ਅਜਿਹੀ ਅਵਸਥਾ ਹੈ ਕਿ ਇਹ ਚੰਦਰੀ ਜੀਭ ਜੋ ਕਈ ਪ੍ਰਕਾਰ ਦੇ ਰਸਾਂ ਕਸਾਂ ਵਿੱਚ ਪ੍ਰਵਿਰਤ ਰਹਿਣੀ ਗਿੱਝੀ ਹੋਈ ਹੈ, ਸਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਕਹਿਣ ਲੱਗ ਪਵੇ। ਹਿਰਦੇ ਘਰ ਵਿੱਚ ਪ੍ਰਭੂ ਦੇ ਪ੍ਰਗਟ ਹੋਣ ਦੀ ਗੱਲ ਅਣਗੌਲੀ ਕਰਕੇ ਪ੍ਰਸ਼ਾਦ ਨੂੰ ਭੋਗ ਲਾਉਣ ਲਈ ਗੁਰੂ ਗ੍ਰੰਥ ਸਾਹਿਬ ਰੂਪੀ ਸ਼ਬਦ ਸਤਿਗੁਰੂ ਜੀ ਨੂੰ ਹੀ ਬੇਨਤੀ ਕਰ ਰਹੇ ਅਗਿਆਨੀ ਜਾਂ ਸਾਧ ਡੇਰੇਦਾਰ ਪਾਵਨ ਗੁਰਬਾਣੀ ਦੀ ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲੱਭ ਭੋਗ ਹਰਾਏ ਤੁਕ ਪੜ੍ਹ ਰਹੇ ਹੁੰਦੇ ਹਨ। ਪੂਰਾ ਗੁਰੂ ਫਰਮਾਨ ਇਸ ਪੁਸਤਕ ਮਾਲਾ ਦੇ ਪਹਿਲੇ ਭਾਗ ਵਿੱਚ ਬੜੇ ਵਿਸਥਾਰ ਨਾਲ ਵਿਚਾਰਿਆ ਗਿਆ ਹੈ। ਯਾਦ ਤਾਜ਼ਾ ਕਰਨ ਲਈ ਪੂਰਾ ਗੁਰੂ ਫਰਮਾਨ ਅਰਥਾਂ ਸਮੇਤ ਇਸ ਪ੍ਰਕਾਰ ਹੈ। ਕਿਆ ਤੂੰ ਸੋਚੇ, ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ, ਤਾਕੋ ਕਹੋ ਪਰਵਾਹ ਕਾਹੂ ਕੀ, ਜਿਹ ਗੋਪਾਲ ਸਹਾਏ, ਬਰਸੇ ਮੇਘ ਸਖੀ ਘਰ ਪਹੁਨ ਆਏ, ਮੁਹੇ ਦੀਨ ਕਿਰਪਾ ਨਿਧ ਠਾਕੁਰ, ਨਵਨਿਧ ਨਾਮ ਸਮਾਏ ਰਹਾ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲੱਭ ਭੋਗ ਹਰ ਰਾਏ। ਦੁਸ਼ਟ ਬਿਦਾਰੇ ਸਾਜਨ ਰਸੇ, ਇਹ ਮੰਦਰ ਘਰ ਅਪਣਾਏ, ਜੋ ਗ੍ਰਹਿ ਲਾਲ ਰੰਗਿਓ ਆਇਆ, ਤਉ ਮੈਂ ਸਭ ਸੁਖ ਪਾਏ। ਸੰਤ ਸਭਾ ਓਟ ਗੁਰਪੂਰੇ, ਧੁਰ ਮਸਤਕ ਲੇਖ ਲਿਖਾਏ, ਜਾਂ ਨਾਨਕ ਕੰਤ ਰੰਗੀਲਾ ਪਾਇਆ,
ਫਿਰ ਦੁੱਖ ਨਾ ਲਾਗੇ ਆਏ। ਪੰਨਾ 1266। ਅਰਥ, ਇਹ ਸਹੇਲੀ, ਮੇਰੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਜੀ ਆ ਟਿਕੇ ਹਨ। ਮੇਰੇ ਅੰਦਰੋਂ ਤਪਸ਼ ਮਿਟ ਗਈ ਹੈ। ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ ਬੱਦਲ ਵਸ ਪਿਆ ਹੈ। ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਮੈਨੂੰ ਆਪਣੇ ਨਾਮ ਵਿੱਚ ਲੀਨ ਕਰੀ ਰੱਖ। ਇਹ ਨਾਮ ਹੀ ਮੇਰੇ ਵਾਸਤੇ 9 ਖਜ਼ਾਨੇ ਹੈ। ਪ੍ਰਭੂ ਦੀ ਸ਼ਰਨ ਛੱਡ ਕੇ ਤੂੰ ਹੋਰ ਸੋਚਾਂ ਕੀ ਸੋਚਦਾ ਹੈ? ਤੂੰ ਹੋਰ ਉਪਾਅ ਕੀ ਚਿਤਵਦਾ ਹੈ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈ? ਵੇਖ, ਜਿਸ ਮਨੁੱਖ ਦਾ ਸਹਾਈ ਪ੍ਰਭੂ ਆਪ ਹੈ, ਉਸ ਨੂੰ ਦੱਸ ਕਿਸ ਦੀ ਪਰਵਾਹ ਰਹਿ ਜਾਂਦੀ ਹੈ। ਜਿਵੇਂ ਕੋਈ ਇਸਤਰੀ ਆਪਣੇ ਪਤੀ ਵਾਸਤੇ ਅਨੇਕ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੋਚ ਨਾਲ ਰਸੋਈ ਬਣਾਉਂਦੀ ਹੈ। ਹੇ ਪ੍ਰਭੂ, ਤੇਰੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ ਤਿਆਰ ਕੀਤੀ ਹੈ। ਮਿਹਰ ਕਰ ਤੇ ਇਸ ਨੂੰ ਪ੍ਰਵਾਨ ਕਰ। ਹੇ ਸਖੀ, ਇਹਨਾਂ ਸਰੀਰ ਘਰਾਂ ਮੰਦਰਾਂ ਨੂੰ ਜਦੋਂ ਪ੍ਰਭੂ ਪਤੀ ਅਪਣਾਉਂਦਾ ਹੈ, ਇਹਨਾਂ ਵਿੱਚ ਆਪਣਾ ਪ੍ਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿੱਚੋਂ ਕਾਮਾਦਿਕ ਦੁਸ਼ਮਣ ਨਾਸ਼ ਹੋ ਜਾਂਦੇ ਹਨ ਅਤੇ ਦੈਵੀ ਗੁਣ ਸੱਜਣ ਪ੍ਰਫੁੱਲਤ ਹੋ ਜਾਂਦੇ ਹਨ। ਇਹ ਸਖੀ, ਜਦੋਂ ਤੋਂ ਮੇਰੇ ਹਿਰਦੇ ਘਰ ਵਿੱਚ ਸੋਹਣਾ ਲਾਲ ਪ੍ਰਭੂ ਆ ਵਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁੱਖ ਹਾਸਲ ਕਰ ਲਏ ਹਨ। ਇਹ ਨਾਨਕ, ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿੱਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸੋਹਣਾ ਪ੍ਰਭੂ ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋ ਨਹੀਂ ਸਕਦਾ। ਮਹੱਲਾ ਪੰਜਵਾਂ। ਕੱਪੜ ਭੋਗ ਵਿਕਾਰ, ਇਹ ਹੱਬੇ ਹੀ ਸ਼ਾਰ, ਖਾ ਕੁ ਲੋੜੀਂਦਾ ਤਨ ਖੇ, ਜੋ ਰਤੇ ਦੀਦਾਰ। ਮਹੱਲਾ ਪੰਜਵਾਂ। ਕਿਆ ਤੱਕੇ ਵਿਆਪਾਸ, ਕਰ ਹੀ ਅੜੇ ਹਿਕ ਆਧਾਰ, ਥਿਓ ਸੰਤਨ ਕੀ ਰੇਣ, ਜਿਤ ਲੱਭੀ ਸੁਖ ਦਾਤਾਰ। ਪੰਨਾ 1098। ਮਹੱਲਾ ਪੰਜਵਾਂ। ਸੱਜਣ ਮੁਖ ਅਨੂਪ, ਅਠੇ ਪੈਰ ਨਿਹਾਲ ਸਾਂ, ਸੁਤੜੀ ਸੋ ਸ਼ੈ ਡਿਠ, ਤੈਂ ਸੁਪਨੇ ਹਉ ਖੰਨੀਐ। ਮਹੱਲਾ ਪੰਜਵਾਂ। ਸੱਜਣ ਸੱਚ ਪਰਖ, ਮੁਖ ਆਲਾਵਣ ਥੋਥਰਾ, ਮਨ ਮਝਾਹੂ ਲੱਖ, ਤੁਦੋਂ ਦੂਰ ਨਾ ਸੋ ਪਿਰੀ। ਪੰਨਾ 1100। ਅਰਥ, ਸੁੱਤੀ ਹੋਈ ਨੇ ਮੈਂ ਉਸ ਖਸਮ ਪ੍ਰਭੂ ਨੂੰ ਸੁਪਨੇ ਵਿੱਚ ਵੇਖਿਆ। ਸੱਜਣ ਦਾ ਮੂੰਹ ਬਹੁਤ ਹੀ ਸੋਹਣਾ ਸੀ। ਸੁਪਨੇ ਵਿੱਚ ਮਨ ਦੀਆਂ ਅੱਖੀਆਂ ਦੁਆਰਾ ਉਸ ਪ੍ਰਭੂ ਪਤੀ ਦਾ ਝਲਕਾਰਾ ਵੱਡੇ ਆਨੰਦ ਵਾਲਾ ਸੀ। ਇਹ ਸੁਪਨੇ, ਮੈਂ ਤੇਥੋਂ ਸਦਕੇ ਜਾਂਦੀ ਹਾਂ। ਹੁਣ ਮੇਰੀ ਤਾਂਘ ਹੈ ਕਿ ਮੈਂ ਅਠੇ ਪੈਰ ਸੱਜਣ ਦਾ ਮੂੰਹ ਵੇਖਦੀ ਰਹਾਂ। ਭਾਵ ਸੁਪਨੇ ਵਿੱਚ ਵੱਜੇ ਉਸ ਝਲਕਾਰੇ ਦਾ ਆਨੰਦ ਅਜਿਹਾ ਸੁਖਦਾਈ ਸੀ ਕਿ ਮਨ ਉਹੀ ਆਨੰਦ ਮਾਣਦੇ ਰਹਿਣ ਦੀ ਪ੍ਰਬਲ ਲਾਲਸਾ ਨਾਲ ਪ੍ਰਭੂ ਦੀ ਯਾਦ ਨਾਲ ਜੁੜ ਗਿਆ ਅਤੇ ਇਸ ਤਰ੍ਹਾਂ ਸਹਿਜ ਅਵਸਥਾ ਵਿੱਚ ਟਿਕ ਗਿਆ ਹੈ। ਦਰ ਮਨ ਦੇ ਠਾਢੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਪੰਨਾ 856। ਅਰਥ, ਹੈ ਪ੍ਰਭੂ, ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ। ਭਲਾ ਤੇਥੋਂ ਬਿਨਾਂ ਹੋਰ ਕੌਣ ਮੇਰੀ ਖਬਰਦਾਰੀ ਸੁਰਤ ਸੰਭਾਲ ਕਰ ਸਕਦਾ ਹੈ। ਹੇ ਦਾਤੇ, ਬੂਹਾ ਖੋਲ ਕੇ ਮੈਨੂੰ ਦੀਦਾਰ ਬਖਸ਼। ਭਾਵ ਮਾਇਆ ਮੋਹ ਦੇ ਪ੍ਰਭਾਵ ਹੇਠ ਆ ਕੇ ਤੇਰੇ ਰਾਹ ਵੱਲੋਂ ਬੰਦ ਹੋਏ ਮੇਰੀ ਬੁੱਧੀ ਦੇ ਕਪਾਟ ਖੋਲ ਕੇ ਮੇਰੇ ਹਨੇਰੇ ਹਿਰਦੇ ਘਰ ਨੂੰ ਆਪਣੀ ਜੋਤ ਨਾਲ ਪ੍ਰਕਾਸ਼ਮਾਨ ਕਰੋ। ਡਿੱਠੀ ਹੱਬ ਢੰਡੋਲ, ਹਿੱਕਸ ਬਾਜ ਨ ਕੋਏ, ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਪੰਨਾ 1100। ਅਰਥ, ਹੈ ਮਿੱਤਰ ਪ੍ਰਭੂ, ਆ ਤੂੰ ਮੈਨੂੰ ਦਰਸ਼ਨ ਦੇ। ਤੇਰਾ ਦਰਸ਼ਨ ਕੀਤਿਆਂ ਮੇਰੇ ਤਨ ਮਨ ਵਿੱਚ ਠੰਡ ਪੈਂਦੀ ਹੈ। ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ। ਹੇ ਪ੍ਰਭੂ, ਤੇਰੇ ਦੀਦਾਰ ਤੋਂ ਬਿਨਾਂ ਹੋਰ ਕੋਈ ਵੀ ਪਦਾਰਥ ਮੈਨੂੰ ਆਤਮਿਕ ਸ਼ਾਂਤੀ ਨਹੀਂ ਦਿੰਦਾ। ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਇੱਕ ਤਰਾਚੇ ਪਰ ਹਰਦੋਏ, ਦੂਰ ਦਰਦ ਮਥ ਅੰਮ੍ਰਿਤ ਖਾਏ, ਗੁਰਮੁਖ ਬੂਝੈ ਏਕ ਸਮਾਏ। ਤੇਰੇ ਦਰਸ਼ਨ ਕੋ ਕੇਤੀ ਬਿਲ ਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ ਰਹਾਓ। ਵੇਦ ਵਖਾਣ ਕਹੇ ਇਕ ਕਹੀਐ, ਉਹ ਬੇਅੰਤ ਅੰਤ ਕਿਨ ਲਹੀਐ। ਏਕੋ ਕਰਤਾ ਜਿਨ ਜਗ ਕੀਆ, ਬਾਝ ਕਲਾ ਧਰ ਗਗਨ ਧਰੀਆ। ਏਕੋ ਗਿਆਨ ਧਿਆਨ ਧੁਨ ਬਾਣੀ, ਏਕ ਨਿਰਾਲਮ ਅਕਥ ਕਹਾਣੀ। ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ। ਏਕੋ ਧਰਮ ਦ੍ਰਿੜੇ ਸਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਅਨਹਦ ਰਾਤਾ ਏਕ ਲਵਤਾਰ, ਉਹ ਗੁਰਮੁਖ ਪਾਵੇ ਆਲਖ ਅਪਾਰ। ਏਕੋ ਤਖਤ ਏਕੋ ਪਾਤਸ਼ਾਹ, ਸਰਬੀ ਥਾਈ ਬੇਪਰਵਾਹ। ਤਿਸ ਦਾ ਕੀਆ ਤਿਰ ਭਵਨ ਸਾਰ, ਉਹ ਅਗੰਮ ਅਗੋਚਰ ਏਕੰਕਾਰ। ਏਕਾ ਮੂਰਤ ਸਾਚਾ ਨਾਉ, ਤਿੱਥੇ ਨਿਬੜੇ ਸਾਚ ਨਿਆਉ। ਸਾਚੀ ਕਰਨੀ ਪਤ ਪਰਵਾਣ, ਸਾਚੀ ਦਰਗਾ ਪਾਵੇ ਮਾਣ। ਏਕਾ ਭਗਤ ਏਕੋ ਹੈ ਭਾਉ, ਬਿਨ ਭੈ ਭਗਤੀ ਆਵੋ ਜਾਓ।
ਗੁਰ ਤੇ ਸਮਝ ਰਹੇ ਮਹਿਮਾਨ, ਹਰ ਰਸ ਰਾਤਾ ਜਨ ਪ੍ਰਵਾਣ। ਇਤ ਉਤ ਦੇਖੋ ਸਹਿਜੇ ਰਾਮੋ, ਤੁਝ ਬਿਨ ਠਾਕੁਰ ਕਿਸੇ ਨ ਭਾਵੋ। ਨਾਨਕ ਹਉਮੈ ਸ਼ਬਦ ਜਲਾਇਆ, ਸਤਿਗੁਰ ਸਾਚਾ ਦਰਸ਼ ਦਿਖਾਇਆ। ਪੰਨਾ 1188। ਕਿਸ ਦੀ ਹੈ ਤੈਨੂੰ ਪਾਲ, ਹਰ ਦੇਸ ਦੀ ਵਸਤੂ ਉਹ ਆਪ ਹੀ ਤਾਂ ਹੈ। ਛੱਡੋ ਭਟਕਣਾ, ਹਰ ਥਾਂ ਉਸੇ ਸਰਬ ਨਿਵਾਸੀ, ਆਪ ਹੀ ਆਪ ਦੇ ਦਿਦਾਰਿਆਂ ਦਾ ਆਨੰਦ ਮਾਣੋ। ਭਾਗ 14ਵਾਂ। ਅਕਾਲ ਪੁਰਖ ਜੀ ਦੇ ਦਰਸ਼ਨਾਂ ਦਾ ਇੱਕ ਇਹ ਰੂਪ। ਜਾਏ ਪੁੱਛੋ ਸੁਹਾਗਣੀ, ਵਾਹੇ ਕਿੰਨੀ ਬਾਤੀ ਸ਼ਹਿ ਪਾਈਐ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਜਾ ਕੇ ਪ੍ਰੇਮ ਪਦਾਰਥ ਪਾਈਐ, ਤਉ ਚਰਣੀ ਚਿਤ ਲਾਈਐ। ਸ਼ਹਿ ਕਹੈ ਸੋ ਕੀਜੈ, ਤਨ ਮਨੁ ਦੀਜੈ। ਐਸਾ ਪਰਮਲ ਲਾਈਐ, ਏਮ ਕਹੈ ਸੁਹਾਗਣੀ ਭੈਣੇ। ਇੰਨੀ ਬਾਤੀ ਸ਼ਹਿ ਪਾਈਐ। ਪੰਨਾ 722। ਅਰਥ, ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ, ਬੇਸ਼ੱਕ ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਕੇ ਵੇਖੋ ਕਿ ਕਿੰਨੀ ਗੱਲੀ ਖਸਮ ਪ੍ਰਭੂ ਮਿਲਦਾ ਹੈ। ਉਹ ਇਹੀ ਉੱਤਰ ਦਿੰਦੀਆਂ ਹਨ ਕਿ ਚਲਾਕੀ ਤੇ ਧੱਕਾ ਛੱਡ ਦਿਓ। ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨੋ। ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ ਵਸਤ ਮਿਲਦੀ ਹੈ, ਉਸ ਦੇ ਚਰਨਾਂ ਵਿੱਚ ਮਨ ਜੋੜੋ। ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ। ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ। ਬਸ ਇਹ ਸੁਗੰਧੀ ਜਿੰਦ ਵਾਸਤੇ ਵਰਤੋ। ਸੁਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ, ਇੰਨੀ ਗੱਲੀ ਹੀ ਖਸਮ ਪ੍ਰਭੂ ਮਿਲਦਾ ਹੈ। ਜਿੰਨੀ ਸਖੀ ਸ਼ਹਿਰਾਵਿਆ, ਤਿਨ ਪੁੱਛੂੰਗੀ ਜਾਏ। ਪਾਏ ਲੱਗੂ ਬੇਨਤੀ ਕਰੂੰ, ਲਿਆਉਂਗੀ ਪੰਥ ਬਤਾਏ। ਹੁਕਮ ਪਛਾਣੇ ਨਾਨਕਾ, ਭਉ ਚੰਦਨ ਲਾਵੇ। ਗੁਣ ਕਾਮਣ ਕਾਮਣ ਕਰੇ, ਤੋ ਪਿਆਰੇ ਕੋ ਪਾਵੇ। ਪੰਨਾ 725। ਹਰ ਜੀ ਸੂਖਮ ਅਗੰਮ ਹੈ, ਕਿਤ ਬਿਦ ਮਿਲ ਜਾਏ। ਗੁਰ ਕੇ ਸ਼ਬਦ ਭ੍ਰਮ ਘਟੀਏ, ਅਚਿੰਤ ਵਸੈ ਮਨ ਆਏ। ਪੰਨਾ 756। ਅਰਥ ਹੈ ਭਾਈ, ਪਰਮਾਤਮਾ ਅਦ੍ਰਿਸ਼ਟ ਹੈ, ਅਪਹੁੰਚ ਹੈ, ਫਿਰ ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ। ਇਹ ਭਾਈ, ਜਦੋਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਿਜ ਸੁਭਾਏ ਆਪ ਹੀ ਮਨੁੱਖ ਮਨ ਵਿੱਚ ਆ ਵਸਦਾ ਹੈ। ਤਿਤ ਗ੍ਰਹਿ ਸੋਹਿ ਲੜੇ, ਕੋੜ ਆਨੰਦਾ। ਮਨ ਤਨ ਰਵ ਰਹਿਆ, ਪ੍ਰਭ ਪਰਮਾਨੰਦਾ। ਹਰ ਕੰਤ ਅਨੰਤ ਦਿਆਲ ਸ੍ਰੀ ਧਰ, ਗੋਬਿੰਦ ਪਤਤ ਉਦਾਹਰਣੋ। ਪ੍ਰਭ ਕਿਰਪਾ ਧਾਰੀ ਹਰ ਮੁਰਾਰੀ, ਭੈ ਸਿੰਧ ਸਾਗਰ ਤਾਰਣੋ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਬਿਨਮੰਤ ਨਾਨਕ ਹਰ ਕੰਤ ਮਿਲਿਆ, ਸਦਾ ਕੇਲ ਕਰਨ ਦਾ। ਪੰਨਾ 544। ਅਰਥ, ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪ੍ਰਭੂ ਜਿਸ ਮਨ ਵਿੱਚ, ਜਿਸ ਹਿਰਦੇ ਵਿੱਚ ਆ ਵਸਦਾ ਹੈ, ਉਸ ਹਿਰਦੇ ਘਰ ਵਿੱਚ ਮਾਨੋ ਖੁਸ਼ੀ ਦੇ ਗੀਤ ਗਾਏ ਜਾ ਰਹੇ ਹਨ, ਕੌਤਕ ਤਮਾਸ਼ੇ ਹੋ ਰਹੇ ਹਨ, ਆਨੰਦ ਹੋ ਰਹੇ ਹਨ। ਪ੍ਰਭੂ ਪਤੀ ਬੇਅੰਤ ਹੈ, ਸਦਾ ਮਾਇਆ ਦਾ ਘਰ ਹੈ, ਲక్ష్ਮੀ ਦਾ ਆਸਰਾ ਹੈ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਉਸ ਮੁਰਾਰੀ ਪ੍ਰਭੂ ਨੇ ਜਿਸ ਜੀਵ ਉੱਤੇ ਮਿਹਰ ਦੀ ਨਿਗਾਹ ਕਰ ਦਿੱਤੀ, ਉਸ ਜੀਵ ਨੂੰ ਅਨੇਕਾਂ ਸਹਿਮਾਂ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ। ਨਾਨਕ ਬੇਨਤੀ ਕਰਦਾ ਹੈ, ਮਾਲਕ ਪ੍ਰਭੂ ਦਾ ਇਹ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਜਿਹੜਾ ਜੀਵ ਉਸ ਦੀ ਸ਼ਰਨ ਆਉਂਦਾ ਹੈ, ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ, ਤੇ ਉਹ ਸਦਾ ਚੋਜ ਤਮਾਸ਼ੇ ਕਰਨ ਵਾਲਾ ਪ੍ਰਭੂ ਉਸ ਸ਼ਰਨ ਆਏ ਨੂੰ ਮਿਲ ਪੈਂਦਾ ਹੈ। ਦਿਸੇ ਸੁਣੀਏ ਜਾਣੀਏ, ਸਾਉ ਨਾ ਪਾਇਆ ਜਾਏ। ਰੋਹਲਾ ਟੁੰਡਾ ਅੰਦੁਲਾ, ਕਿਉਂ ਗਲ ਲੱਗੈ ਤਾਏ। ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ, ਇਮ ਕੰਤ ਮਿਲਾਵਾ ਹੋਏ। ਪੰਨਾ 139। ਪਰਮਾਤਮਾ ਕੁਦਰਤ ਵਿੱਚ ਵਸਦਾ ਦਿਸ ਰਿਹਾ ਹੈ। ਉਸ ਦੀ ਜੀਵਨ ਰੌਂ ਸਾਰੀ ਰਚਨਾ ਵਿੱਚ ਸੁਣੀ ਜਾ ਰਹੀ ਹੈ। ਉਸ ਦੇ ਕੰਮਾਂ ਤੋਂ ਜਾਪ ਰਿਹਾ ਹੈ। ਉਹ ਕੁਦਰਤ ਵਿੱਚ ਮੌਜੂਦ ਹੈ, ਫਿਰ ਵੀ ਉਸ ਦੇ ਮਿਲਾਪ ਦਾ ਸਵਾਦ ਜੀਵਨ ਨੂੰ ਹਾਸਲ ਨਹੀਂ ਹੁੰਦਾ। ਇਹ ਕਿਉਂ? ਇਸ ਵਾਸਤੇ ਕਿ ਪ੍ਰਭੂ ਮਿਲਣ ਲਈ ਜੀਵ ਦੇ ਨਾ ਪੈਰ ਹਨ, ਨਾ ਹੱਥ ਹਨ, ਨਾ ਅੱਖਾਂ ਹਨ। ਫਿਰ ਇਹ ਕਿਵੇਂ ਭੱਜ ਕੇ ਪ੍ਰਭੂ ਦੇ ਗਲ ਜਾ ਲੱਗੇ? ਜੇ ਜੀਵ ਪ੍ਰਭੂ ਦੇ ਡਰ ਵਿੱਚ ਤੁਰਨ ਨੂੰ ਆਪਣੇ ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ ਪ੍ਰਭੂ ਦੀ ਯਾਦ ਵਿੱਚ ਜੁੜਨ ਨੂੰ ਅੱਖਾਂ ਬਣਾਏ, ਤਾਂ ਗੁਰੂ ਨਾਨਕ ਜੀ ਕਹਿੰਦੇ ਨੇ, ਸਿਆਣੀ ਜੀਵ ਇਸਤਰੀਏ, ਇਸ ਤਰ੍ਹਾਂ ਖਸਮ ਪ੍ਰਭੂ ਨਾਲ ਮੇਲ ਹੁੰਦਾ ਹੈ, ਸਿਰਜਣਹਾਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਾਰ ਪ੍ਰਭ ਇਨ ਬਿਧ ਪਾਇਆ ਜਾਏ। ਹਰ ਕਿਰਪਾ ਤੇ ਰਾਮ ਗੁਣ ਗਾਏ। ਪੰਨਾ 233। ਅਰਥ, ਜਿਹੜਾ ਮਨੁੱਖ
ਵਾਹਿਗੁਰੂ ਜੀ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਉਹ ਆਤਮਿਕ ਆਨੰਦ ਮਾਣਦਾ ਹੈ। ਇਸ ਤਰੀਕੇ ਨਾਲ ਹੀ ਪਿਆਰੇ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ। ਅਜਿਹਾ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਉਸ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਰਹਿੰਦਾ ਹੈ। ਇਹੀ ਹਨ ਉਸ ਲਈ ਰੱਬ ਦੇ ਆਤਮਿਕ ਦਰਸ਼ਨ। ਆਜ ਮਿਲਾਵਾ ਸ਼ੇਖ ਫਰੀਦ ਟਾਂਕਮ ਕੂੰਜੜੀਆਂ ਮਨੋਂ में ਚਿੰਦੜੀਆਂ ਰਹਾਓ। ਪੰਨਾ 488। ਅਰਥ ਹੈ ਸ਼ੇਖ ਫਰੀਦ, ਇਸ ਮਨੁੱਖਾ ਜਨਮ ਵਿੱਚ ਹੀ ਰੱਬ ਨਾਲ ਮੇਲ ਹੋ ਸਕਦਾ ਹੈ। ਇਸ ਵਾਸਤੇ ਇਹਨਾਂ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੂੰ ਕਾਬੂ ਵਿੱਚ ਰੱਖ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਪੰਨਾ 1160। ਅਰਥ ਹੈ ਧਰਮ ਆਗੂ ਮੁੱਲਾਂ, ਹਰ ਥਾਂ ਰੱਬ ਹਾਜ਼ਰ ਨਾਜ਼ਰ ਹੈ। ਤੁਸੀਂ ਉਸ ਨੂੰ ਦੂਰ ਕਿਤੇ ਸਤਵੇਂ ਅਸਮਾਨ 'ਤੇ ਕਿਉਂ ਬਿਠਾ ਦਿਸਦੇ ਹੋ? ਜੇ ਉਹ ਸੋਹਣੇ ਰੱਬ ਨੂੰ ਮਿਲਣਾ ਹੈ ਤੇ ਕਾਮਾਦਿਕ ਰੌਲਾ ਪਾਉਣ ਵਾਲੇ ਵਿਕਾਰਾਂ ਨੂੰ ਕਾਬੂ ਵਿੱਚ ਰੱਖ। ਸ਼ਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ਼ ਫਿਰ ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਪੰਨਾ 594। ਅਰਥ ਪਤੀ ਤਾਂ ਘਰ ਭਾਵ ਹਿਰਦੇ ਵਿੱਚ ਹੀ ਹੈ, ਪਰ ਉਸ ਨੂੰ ਪਰਦੇਸ ਵਿੱਚ ਸਮਝਦੀ ਹੋਈ ਕਮਲੀ ਇਸਤਰੀ ਸਦਾ ਝੂਰਦੀ ਹੈ ਤੇ ਉਸ ਨੂੰ ਯਾਦ ਕਰਦੀ ਹੈ। ਪਰ ਜੇ ਤੂੰ ਆਪਣੀ ਨੀਅਤ ਸਾਫ਼ ਕਰ ਲਵੇਂ ਤਾਂ ਉਸ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਪ੍ਰਗਟ ਹੋਣ ਰੂਪ ਵਿੱਚ ਮਿਲਦਿਆਂ ਜ਼ਰਾ ਵੀ ਢਿੱਲ ਨਹੀਂ ਹੋਣੀ। ਘਰ ਵਿੱਚ ਹੀ ਵਸਦੇ ਪ੍ਰਭੂ ਪਤੀ ਨੂੰ ਪਰਦੇਸੀ ਜਾਣ ਕੇ ਝੂਰਾ ਲਾ ਬੈਠੀ ਜੀਵ ਇਸਤਰੀ। ਮਹੱਲਾ ਤੀਜਾ। ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸ਼ਾਹ ਮਿਲੇ ਜੇ ਨੀਅਤ ਰਾਸ ਕਰੇ। ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਪੰਨਾ 386। ਸਤਿਗੁਰਾਂ ਦੀ ਸਿੱਖਿਆ ਤੇ ਤੁਰਦੇ ਹੋਏ ਆਪਣੀ ਜੀਵਨ ਜੁਗਤ ਸਵਾਰਦੇ ਰਹੋ, ਜੀਵਨ ਦੀ ਘਾੜਤ ਘੜਦੇ ਰਹੋ। ਮਨ ਨੂੰ ਅੰਦਰ ਟਿਕਾਓ, ਅੰਦਰੇ ਦਰਸ਼ਨ ਕਰੋ। ਮਾਣ ਨ ਕੀਜੈ ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਸੁਨ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਪੰਨਾ 612। ਬਾਗ ਮਰੇ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ, ਆਪ ਪਛਾਣੇ ਹਰ ਮਿਲੇ। ਬਹੁੜ ਨ ਮਰਨਾ ਹੋਏ, ਕੀਚੜ ਹਾਥ ਨ ਬੁੱਢਈ, ਏਕਾ ਨਦਰ ਨਿਹਾਲ। ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਪੰਨਾ 1410। ਗੁਰ ਪੁੱਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲੱਗੇ ਪਿਆਰ। ਆਪ ਛਾੜ ਹੋਏ ਦਾਸਨ ਪਾਏ, ਤਉ ਜਗ ਜੀਵਨ ਵਸੈ ਮਨ ਆਏ। ਭਗਤ ਕਰੇ ਸਦ ਵੇਖੈ ਹਜ਼ੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇਸ ਭਗਤੀ ਕਾ ਕੋਈ ਜਾਣੇ ਪਿਓ, ਸਭ ਮੇਰਾ ਪ੍ਰਭ ਆਤਮ ਦਿਓ। ਆਪੇ ਸਤਿਗੁਰ ਮੇਲ ਮਿਲਾਏ, ਜਗ ਜੀਵਨ ਸਿਉ ਆਪ ਚਿਤ ਲਾਏ। ਮਨ ਤਨ ਹਰਿਆ ਸਹਿਜ ਸੁਭਾਏ, ਨਾਨਕ ਨਾਮ ਰਹੇ ਲਿਵ ਲਾਏ। ਪੰਨਾ 1173। ਭਾਗ 15ਵਾਂ। ਹਿੰਦੂ ਧਰਮ ਵਾਲੇ ਖੱਟ ਦਰਸ਼ਨ। ਖੱਟ ਦਾ ਅਰਥ 6 ਹੈ। ਗੁਰਬਾਣੀ ਵਿੱਚ 6 ਸ਼ਸਤਰਾਂ ਨੂੰ ਵੀ 6 ਦਰਸ਼ਨਾਂ ਦਾ ਨਾਮ ਦਿੱਤਾ ਹੈ। ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜਿਉ ਆਣ ਮਿਲਾਵੇ ਜਿਉ। ਖੱਟ ਸ਼ਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ। ਨਿਵਲੀ ਕਰਮ ਆਸਨ 84, ਇਨਮੇ ਸ਼ਾਂਤ ਨਹੀਂ ਆਵੇ ਜਿਉ। ਪੰਨਾ 98। ਅਰਥ ਉਵੇਂ ਅਨੇਕਾਂ ਲੋਕ ਜੰਗਲਾਂ ਪਹਾੜਾਂ ਵਿੱਚ ਭਾਲ ਕਰਦੇ ਕਰਦੇ ਪਰਮਾਤਮਾ ਦੇ ਦਰਸ਼ਨਾਂ ਦੀਆਂ ਤਾਂਘਾਂ ਕਰਦੇ ਹਨ। ਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ, ਪਰ ਇਸ ਤਰ੍ਹਾਂ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ। ਉਹ ਪਰਮਾਤਮਾ ਮਾਇਆ ਦੇ 3 ਗੁਣਾਂ ਤੋਂ ਵੱਖਰਾ ਵੀ ਹੈ ਤੇ 3 ਗੁਣੀ ਸੰਸਾਰ ਵਿੱਚ ਵਿਆਪਕ ਵੀ ਹੈ। ਕੋਈ ਬਿਰਲਾ ਐਸਾ ਹੈ ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ। ਕਈ ਐਸੇ ਹਨ ਜੋ 6 ਸ਼ਸਤਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ ਸੁਣਾਉਂਦੇ ਹਨ। ਦੇਵ ਪੂਜਾ ਕਰਦੇ ਹਨ, ਮੱਥੇ ਤੇ ਤਿਲਕ ਲਾਉਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ। ਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ 84 ਆਸਣ ਕਰਦੇ ਹਨ, ਪਰ ਇਹਨਾਂ ਕੰਮਾਂ ਨਾਲ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਘਟਾਏ ਹੋਮੇ ਘਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ। ਪੰਨਾ 265। ਅਰਥ
ਜੇ ਕੋਈ ਵੇਦ ਮੰਤਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ, ਹੋਰ ਕਈ ਗਿਆਨ ਦੀਆਂ ਗੱਲਾਂ ਕਰੇ ਤੇ ਦੇਵਤਿਆਂ ਦੇ ਧਿਆਨ ਧਰੇ, ਛੇ ਸ਼ਾਸਤਰ ਤੇ ਸਿਮਰਤੀਆਂ ਦਾ ਉਪਦੇਸ਼ ਕਰੇ, ਯੋਗ ਦੇ ਸਾਧਨ ਕਰੇ, ਕਰਮਕਾਂਡੀ ਧਰਮ ਦੀ ਕਿਰਿਆ ਕਰੇ, ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਭੌਂਦਾ ਫਿਰੇ, ਅਨੇਕਾਂ ਕਿਸਮਾਂ ਦੇ ਬੜੇ ਯਤਨ ਕਰੇ, ਪੁੰਨ ਦਾਨ ਕਰੇ ਤੇ ਬਹੁਤ ਸਾਰਾ ਘਿਓ ਹਵਨ ਕਰੇ, ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾਵੇ ਤੇ ਅੱਗ ਵਿੱਚ ਸਾੜ ਦੇਵੇ, ਕਈ ਕਿਸਮਾਂ ਦੇ ਵਰਤਾਂ ਦੇ ਬੰਦੇਜ ਕਰੇ, ਪਰ ਇਹ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ। ਭਾਵੇਂ ਇਹ ਨਾਨਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ। ਮਾਇਆ ਖਹਿੜਾ ਨਹੀਂ ਛੱਡਦੀ, ਭਾਵੇਂ ਖਟ ਸ਼ਾਸਤਰ ਉਚਰਤ ਰਸਨਾਗਰ, ਤੀਰਥ ਗਵਨ ਨ ਥੋਰੀ, ਪੂਜਾ ਚੱਕਰ ਬਰਤ ਨੇਮ ਤਪੀਆ, ਉਹਾਂ ਗੈਲ ਨ ਛੋਰੀ। ਪੰਨਾ 1216। ਅਰਥੇ ਭਾਈ, ਛੇ ਸ਼ਾਸਤਰ ਮੂੰਹ ਜ਼ਬਾਨੀ ਉਚਾਰਿਆਂ, ਤੀਰਥਾਂ ਦਾ ਰਟਨ ਕੀਤਿਆਂ ਵੀ ਮਾਇਆ ਵਾਲੀ ਪ੍ਰੀਤ ਘਟਦੀ ਨਹੀਂ ਹੈ। ਅਨੇਕਾਂ ਲੋਕ ਹਨ ਦੇਵ ਪੂਜਾ ਕਰਨ ਵਾਲੇ, ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ ਨਿਸ਼ਾਨ ਲਾਉਣ ਵਾਲੇ, ਵਰਤ ਆਦਿਕਾਂ ਦੇ ਨੇਮ ਨਿਭਾਉਣ ਵਾਲੇ, ਤਪ ਕਰਨ ਵਾਲੇ, ਪਰ ਮਾਇਆ ਉੱਥੇ ਵੀ ਪਿੱਛਾ ਨਹੀਂ ਛੱਡਦੀ, ਖਲਾਸੀ ਨਹੀਂ ਕਰਦੀ। ਖਟ ਦਰਸ਼ਨ। ਖਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮੁ ਭੁਲਾਏ, ਸਤਿਗੁਰ ਸੇਵੇ ਤਾਂ ਗਤਮਿਤ ਪਾਵੇਂ, ਹਰਿ ਜਿਉ ਮਨ ਵਸਾਏ, ਸੱਚੀ ਬਾਣੀ ਸਿਉ ਚਿਤ ਲਾਗੇ, ਆਵਣ ਜਾਣ ਰਹਾਏ। ਪੰਨਾ 67। ਅਰਥ ਜੋਗੀ ਹੋਣ ਤੇ ਭਾਵੇਂ ਸੰਨਿਆਸੀ ਹੋਣ, ਇਹ ਸਾਰੇ ਛੇ ਭੇਖਾਂ ਦੇ ਸਾਧ ਗੁਰੂ ਦੀ ਸ਼ਰਨ ਤੋਂ ਬਿਨਾਂ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਏ ਪਏ ਰਹਿੰਦੇ ਹਨ। ਜਦੋਂ ਇਹ ਗੁਰੂ ਦੀ ਸ਼ਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਕੇ ਉੱਚੀ ਅਵਸਥਾ ਤੇ ਸਹੀ ਜੀਵਨ ਜੁਗਤ ਪ੍ਰਾਪਤ ਕਰਦੇ ਹਨ। ਜਿਸ ਮਨੁੱਖ ਦਾ ਚਿੱਤ ਸਦਾ ਥਿਰ ਪ੍ਰਭੂ ਦੀ ਸਿੱਤ ਸਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ। ਅਕਲ ਕਲਾ ਨਹਿ ਪਾਈਐ, ਪ੍ਰਭ ਅਲਖ ਅਲੇਖੰ, ਖਟ ਦਰਸ਼ਨ ਭਰਮ ਤੇ ਫਿਰੇ, ਨਹਿ ਮਿੜੀਏ ਪੇਖੰ, ਵਰਤ ਕਰੇ ਚੰਦਰਾਇਣਾ, ਸੇ ਕਿਤੇ ਨਾ ਲੇਖੰ, ਵੇਦ ਪੜ੍ਹੇ ਸੰਪੂਰਨਾ, ਤਤ ਸਾਰ ਨ ਪੇਖੰ, ਤਿਲਕ ਕਢੇ ਇਸ਼ਨਾਨ ਕਰ, ਅੰਤਰ ਕਾ ਲੇਖੰ, ਭੇਖੀ ਪ੍ਰਭੂ ਨ ਲੱਭਈ, ਬਿਨ ਸੱਚੀ ਸਿੱਖੰ, ਭੂਲਾ ਮਾਰਗ ਸੋ ਪਵੇ, ਜਿਸ ਧੁਰ ਮਸਤਕ ਲੇਖੰ, ਤਿੰਨ ਜਨਮ ਸਵਾਰਿਆ ਆਪਣਾ, ਜਿਨ ਗੁਰ ਅੱਖੀ ਦੇਖੰ। ਪੰਨਾ 1099। ਕਬੀਰ ਧਰਤੀ ਅਰ ਆਕਾਸ਼ ਮੈਂ, ਦੋਏ ਤੂੰ ਬਰੀ ਆਬਦ, ਖਟ ਦਰਸ਼ਨ ਸੰਸੇ ਪਰੇ, ਅਰ 84 ਸਿੱਧ। ਪੰਨਾ 1375। ਅਰਥ ਹੈ ਕਬੀਰ ਆਖ, ਹੇ ਦਵੈਤ, ਸ੍ਰਿਸ਼ਟੀ ਵਿੱਚ ਹੀ ਤੂੰ ਬਹੁਤ ਬਲੀ ਹੈ, ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ। ਛੇ ਭੇਖਾਂ ਦੇ ਤਿਆਗੀ ਅਤੇ ਯੋਗ ਦੇ ਸਾਧਨਾਂ ਵਿੱਚ ਪ੍ਰਪੱਕ ਹੋਏ 84 ਸਿੱਧ ਵੀ ਹੇ ਦੋਏ ਤੈਥੋਂ ਸਹਿਮੇ ਹੋਏ ਹਨ। ਬਹੁਅਰਥੀ ਦਰਸ਼ਨ ਪਦ। ਹਰ ਦਰਸ਼ਨ ਪਾਵੇ ਵਡਭਾਗ, ਗੁਰ ਕੇ ਸ਼ਬਦ ਸੱਚੇ ਬੈਰਾਗ, ਖਟ ਦਰਸ਼ਨ ਵਰਤੇ ਵਰਤਾਰਾ, ਗੁਰ ਕਾ ਦਰਸ਼ਨ ਅਗੰਮ ਅਪਾਰਾ, ਗੁਰ ਕੇ ਦਰਸ਼ਨ ਮੁਕਤ ਗਤ ਹੋਏ, ਸਾਚਾ ਆ ਵਸੇ ਮਨ ਸੋਇ ਰਹਾ, ਗੁਰ ਦਰਸ਼ਨ ਉਧਰੇ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ, ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੇ ਦਰਸ਼ਨ ਸਦਾ ਸੁਖ ਹੋਏ, ਗੁਰ ਕੇ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੇ ਪਰਵਾਰ ਸਾਧਾਰ, ਨ ਗੁਰੇ ਕੋ ਗਤ ਕਾਈ ਨਾਹੀ, ਅਵਗਣ ਮੁੱਠੇ ਚੋਟਾਂ ਖਾਹੀ, ਗੁਰ ਕੇ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖ ਤਾ ਕੋ ਲੱਗੇ ਨ ਪੀਰ, ਜਮਕਾਲ ਤਿਸ ਨੇੜ ਨ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਪੰਨਾ 360। ਅਰਥ ਗੁਰੂ ਦੇ ਦਿੱਤੇ ਹੋਏ ਗੁਰਮਤਿ ਰੂਪ ਸ਼ਸਤਰ ਦੀ ਰਾਹੀਂ ਵਿਚਾਰਾਂ ਤੋਂ ਖਲਾਸੀ ਹੋ ਜਾਂਦੀ ਹੈ। ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿੱਚ ਆਵਸਥਾ ਹੈ ਰਹਾਓ। ਜਗਤ ਵਿੱਚ ਵੇਦਾਂਤ ਆਦਿਕ ਛੇ ਸ਼ਾਸਤਰਾਂ ਦੀ ਵਿਚਾਰ ਦਾ ਰਿਵਾਜ ਚੱਲ ਰਿਹਾ ਹੈ, ਪਰ ਗੁਰੂ ਦਾ ਦਿੱਤਾ ਹੋਇਆ ਸ਼ਾਸਤਰ ਇਹਨਾਂ ਛੇ ਸ਼ਾਸਤਰਾਂ ਦੀ ਪਹੁੰਚ ਤੋਂ ਪਰੇ ਹੈ। ਇਹ ਛੇ ਸ਼ਾਸਤਰ ਗੁਰੂ ਦੇ ਗੁਰਮਤਿ ਸ਼ਾਸਤਰ ਦਾ ਅੰਤ ਨਹੀਂ ਪਾ ਸਕਦੇ। ਗੁਰੂ ਦੇ ਸ਼ਬਦ ਗਿਆਨ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਲਗਨ ਜੋੜ ਕੇ ਮਨੁੱਖ ਵੱਡੀ ਕਿਸਮਤ ਨਾਲ ਪਰਮਾਤਮਾ ਦਾ ਮਿਲਾਪ ਕਰਾਉਣ ਵਾਲਾ ਗੁਰ ਸ਼ਾਸਤਰ ਪ੍ਰਾਪਤ ਕਰਦਾ ਹੈ। ਜੇ ਕੋ ਮਨੁੱਖ ਗੁਰੂ ਦੇ ਸ਼ਾਸਤਰ ਵਿੱਚ ਪ੍ਰੇਮ ਪਿਆਰ ਜੋੜੇ ਤਾਂ ਜਗਤ ਗੁਰੂ ਦੇ ਗੁਰਮਤਿ ਸ਼ਾਸਤਰ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਜਾਂਦਾ। ਪਰ ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਗੁਰਮਤਿ ਸ਼ਾਸਤਰ ਵਿੱਚ ਪ੍ਰੇਮ ਪਿਆਰ ਪੈਦਾ ਕਰਦਾ ਹੈ। ਗੁਰੂ ਦੇ ਗੁਰਮਤਿ ਸ਼ਾਸਤਰ ਵਿੱਚ ਚਿੱਤ ਜੋੜਿਆਂ ਸਦਾ ਆਤਮਿਕ ਆਨੰਦ ਮਿਲਦਾ ਹੈ। ਗੁਰੂ ਦੇ ਸ਼ਾਸਤਰ ਵਿੱਚ ਸੁਰਤ ਟਿਕਾਇਆਂ
ਵਿਕਾਰਾਂ ਤੋਂ ਖਲਾਸੀ ਪਾਉਣ ਵਾਲਾ ਰਾਹ ਲੱਭਦਾ ਹੈ। ਜਿਹੜਾ ਮਨੁੱਖ ਸਤਿਗੁਰਾਂ ਦੀ ਸ਼ਰਨ ਪੈਂਦਾ ਹੈ, ਭਾਵ ਹਿਰਦੇ ਵਿੱਚ ਨਿਮਰਤਾ ਧਾਰਨ ਕਰਦਾ ਹੈ, ਆਪਾ ਭਾਵ ਗਵਾ ਕੇ ਗੁਰੂ ਦੀ ਮੱਤ ਗ੍ਰਹਿਣ ਕਰਕੇ ਉਸ ਅਨੁਸਾਰ ਜੀਵਨ ਬਣਾਉਂਦਾ ਹੈ, ਉਹ ਆਪਣੇ ਪਰਿਵਾਰ ਵਾਸਤੇ ਵੀ ਵਿਕਾਰਾਂ ਤੋਂ ਬਚਣ ਲਈ ਸਹਾਰਾ ਬਣ ਜਾਂਦਾ ਹੈ। ਉਸ ਗੁਰਮੁਖ ਦੀ ਬਦੌਲਤ ਉਸਦੇ ਸਾਰੇ ਪਰਿਵਾਰ ਦੀ ਜੀਵਨ ਜੁਗਤ ਸੰਵਰ ਸਕਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ, ਭਾਵ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਸ ਮਨਮੁਖ ਨੂੰ ਕੋਈ ਉੱਚੀ ਆਤਮਿਕ ਅਵਸਥਾ ਨਹੀਂ ਮਿਲਦੀ। ਜਿਹੜੇ ਮਨੁੱਖ ਪਾਪ ਕਰਮਾਂ ਵਿੱਚ ਫਸ ਕੇ ਆਤਮਿਕ ਜੀਵਨ ਵੱਲੋਂ ਲੁੱਟੇ ਜਾ ਰਹੇ ਹਨ, ਉਹ ਜੀਵਨ ਸਫ਼ਰ ਵਿੱਚ ਵਿਕਾਰਾਂ ਦੀਆਂ ਸੱਟਾਂ ਖਾਂਦੇ ਹਨ। ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਦੇ ਸਰੀਰ ਨੂੰ ਸੁੱਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਗੁਰੂ ਦੀ ਸ਼ਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋ ਨਹੀਂ ਸਕਦਾ। हे ਨਾਨਕ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਆਤਮਿਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਲੀਨ ਹੋਇਆ ਰਹਿੰਦਾ ਹੈ। ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾਂ ਝੋਲੀ ਖਿੰਥਾ, ਬਾਹਰਾਂ ਅੰਤਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ। ਇਨ ਬਿਦ ਮਨ ਸਮਝਾਈਏ ਪੁਰਖਾ, ਬਹੁੜ ਚੋਟ ਨਾ ਖਾਈਏ। ਨਾਨਕ ਬੋਲੇ ਗੁਰਮੁਖ ਬੋਝੇ, ਜੋਗ ਜੁਗਤ ਐਵੇਂ ਪਾਈਏ। ਪੰਨਾ 939। ਅਰਥ, ਸਤਿਗੁਰੂ ਨਾਨਕ ਜੀ ਦਾ ਫਰਮਾਨ ਹੈ ਕਿ ਜੋਗੀ ਨੇ ਉਹਨਾਂ ਨੂੰ ਕਿਹਾ ਹੈ, हे ਪੁਰਖ ਨਾਨਕ, 6 ਭੇਖਾਂ ਵਿੱਚੋਂ ਇੱਕ ਜੋਗੀ ਪੰਥ ਹੈ, ਉਸ ਦੇ 12 ਫਿਰਕੇ ਹਨ। ਉਹਨਾਂ ਵਿੱਚੋਂ ਸਾਡੇ ਆਈ ਪੰਥ ਨੂੰ ਧਾਰਨ ਕਰੋ। ਜੋਗੀਆਂ ਦੇ ਇਸ ਵੱਡੇ ਭੇਖ ਦਾ ਮਤ ਸਵੀਕਾਰ ਕਰੋ। ਮੁੰਦਰਾਂ ਝੋਲੀ ਤੇ ਗੋਦੜੀ ਪਹਿਨੋ। हे ਪੁਰਖਾ, ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮਨ ਮਾਇਆ ਦੀ ਚੋਟ ਨਹੀਂ ਖਾਂਦਾ। ਉੱਤਰ, ਗੁਰੂ ਨਾਨਕ ਜੀ ਆਖਦੇ ਹਨ, ਗੁਰੂ ਦੇ ਸਨਮੁਖ ਹੋਇਆ ਮਨੁੱਖ ਮਨ ਨੂੰ ਸਮਝਾਉਣ ਦਾ ਢੰਗ ਸਮਝਦਾ ਹੈ। ਜੋਗ ਦੀ ਜੁਗਤ ਇਸ ਤਰ੍ਹਾਂ ਮਿਲਦੀ ਹੈ। ਅੰਤਰ ਸ਼ਬਦ ਨਿਰੰਤਰ ਮੁੰਦਰਾਂ, ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੇ, ਗੁਰ ਕੇ ਸ਼ਬਦ ਸੋ ਸਮਝ ਭਰੀ, ਖਿੰਥਾ ਝੋਲੀ ਭਰਪੁਰ ਰਿਹਾ, ਨਾਨਕ ਤਾਰੇ ਏਕ ਹਰੀ, ਸਾਚਾ ਸਾਹਿਬ ਸਾਚੀ ਨਾਈ, ਪਰਖੇ ਗੁਰ ਕੀ ਬਾਤ ਖਰੀ। ਪੰਨਾ 939। ਅਰਥ, ਮਨ ਵਿੱਚ ਸਤਿਗੁਰ ਦੇ ਸ਼ਬਦ ਨੂੰ ਇੱਕ ਰਸ ਵਸਾਣਾ, ਇਹ ਕੰਨਾਂ ਵਿੱਚ ਮੁੰਦਰਾਂ ਪਾਉਣੀਆਂ ਹਨ। ਜੋ ਮਨੁੱਖ ਗੁਰੂ ਸ਼ਬਦ ਨੂੰ ਵਸਾਉਂਦਾ ਹੈ, ਉਹ ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ, ਕਾਮ ਕ੍ਰੋਧ ਅਤੇ ਹੰਕਾਰ ਨੂੰ ਮਿਟਾ ਲੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ। ਇਹ ਨਾਨਕ, ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ। ਸਤਿਗੁਰ ਦੇ ਸੱਚੇ ਸ਼ਬਦ ਰਾਹੀਂ ਇਹ ਮਨੁੱਖ ਇਹ ਨਿਰਣਾ ਕਰ ਲੈਂਦਾ ਹੈ ਕਿ ਇੱਕ ਪਰਮਾਤਮਾ ਹੀ ਮਾਇਆ ਦੀ ਚੋਟ ਤੋਂ ਬਚਾਉਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ। ਕੈਸੇ ਕਹੋ ਮੋਹਿ ਜੀ ਬਿਦਨਾਈ, ਦਰਸ਼ਨ ਪਿਆਸ ਪ੍ਰੇ ਪ੍ਰੀਤ ਮਨੋਹਰ, ਮਨ ਨਾ ਰਹੇ ਬਹੁ ਬਿਦ ਉਮਕਾਈ ਰਹੋ। ਚਿਤਵਨ ਚਿਤਵੋਂ ਪ੍ਰੇ ਪ੍ਰੀਤ ਬੈਰਾਗੀ, ਕਤ ਪਾਵੋ ਹਰ ਦਰਸਾਈ, ਜਤਨ ਕਰੂੰ ਇਹ ਮਨ ਨਹੀਂ ਧੀਰੇ, ਕੋ ਹੈ ਰੇ ਸੰਤ ਮਿਲਾਈ। ਜਪ ਤਪ ਸੰਜਮ ਪੁੰਨ ਸਭ ਹੋਮੋ, ਤਿਸ ਅਰਪੋਂ ਸਭ ਸੁਖ ਜਾਈ, ਏਕ ਨਿਮਕ ਪ੍ਰੇ ਦਰਸ਼ ਦਿਖਾਵੇ, ਤਿਸ ਸੰਤਨ ਕੈ ਬਲ ਜਾਈ। ਕਰੋ ਨਿਹੋਰਾ ਬਹੁਤ ਬੇਨਤੀ, ਸੇਵੋਂ ਦਿਨ ਰਹਿ ਨਾਈ, ਮਾਨ ਅਭਮਾਨ ਹਉ ਸਗਲ ਤਿਆਗੋਂ, ਜੋ ਪ੍ਰੇ ਬਾਤ ਸੁਨਾਈ। ਦੇਖ ਚਰਿਤਰ ਭਈ ਹਉ ਬਿਸਮਨ, ਗੁਰ ਸਤਿਗੁਰ ਪੁਰਖ ਮਿਲਾਈ, ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮੈਂ ਪਾਇਆ, ਜਾਂ ਨਾਨਕ ਤਪ ਤੁ ਬੁਝਾਈ। ਪੰਨਾ 1207। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 11ਵੇਂ ਤੋਂ 15ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।